ਕਿਉ ਸਚਿਆਰਾ ਹੋਈਐ, ਕਿਉ ਸਚਿਆਰਾ ਹੋਈਐ, ਕਿਉ ਕੂੜੈ ਟੁੱਟੈ ਪਾਰ, ਕਿਉ ਕੂੜੈ ਟੁੱਟੈ ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਨਾਨਕ ਲਿਖਿਆ, ਨਾਨਕ ਲਿਖਿਆ, ਨਾਨਕ ਲਿਖਿਆ ਸਾਧ ਸੰਗਤ ਜੀ, ਹਰ ਇਨਸਾਨ ਆਪਣੇ ਅੰਦਰ ਦੇ ਰੱਬ ਨਾਲ ਜਦੋਂ ਮੁਖਾਤਿਬ ਹੋਵੇ, ਆਪਣੇ ਰੱਬ ਜੀ ਨੂੰ ਪ੍ਰੈਜ਼ੈਂਟ ਸਮਝੇ, ਉਹਨੂੰ ਕਹਿੰਦੇ ਨੇ ਮੇਰਾ ਪ੍ਰਭ, ਮੇਰਾ ਰਾਮ, ਮੇਰਾ ਖੁਦਾ, ਮਾਈ ਗੋਡ। ਆਪਣੇ ਅੰਦਰ ਦੇ ਰੱਬ ਨੂੰ ਗੱਲ ਕਰਨ ਦੀ ਜਾਚ ਬਾਣੀ ਸਾਨੂੰ ਸਿਖਾਉਂਦੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜੇ ਗੁਰੂ ਦੀ ਮੱਤ ਤੂੰ ਲੈ ਲਵੇਂ, ਰੱਬ ਜੀ ਤੇਰੇ ਅੰਦਰ ਵਸਦੇ ਨੇ, ਰੱਬ ਜੀ ਤੈਨੂੰ ਗੁਰੂ ਵਾਲੀ ਮੱਤ ਦਿੰਦੇ ਨੇ, ਸਤ ਗੁਰ ਬਖਸ਼ਦੇ ਨੇ, ਸੱਚਾ ਗੁਰ ਬਖਸ਼ਦੇ ਨੇ। ਤੇ ਜਿਸ ਮਨੁੱਖ ਨੂੰ ਸੱਚਾ ਗੁਰ ਮਿਲਦਾ ਹੈ, ਜੋ ਮਨੁੱਖ ਅੰਦਰ ਦੀ ਗੱਲ ਸੁਣਦਾ ਹੈ, ਜੋ ਮਨੁੱਖ ਅੰਦਰ ਵਸਦੇ ਰੱਬ ਜੀ ਦੇ ਨਾਲ ਗੱਲ ਕਰਨੀ ਸਿੱਖ ਜਾਂਦਾ ਹੈ, ਉਹ ਬਾਹਰਲੇ ਸਿਜਦੇ ਕਰਨ ਦੀ ਬਜਾਏ ਅੰਦਰ ਸਿਜਦਾ ਕਰਨਾ ਸਿੱਖ ਜਾਂਦਾ। ਉਹਨੂੰ ਕਹਿੰਦੇ ਨੇ ਸਿਦਕ ਕਰ ਸਿਜਦਾ, ਮਨ ਕਰ ਮਕਸੂਦ, ਜੈ ਧਿਰ ਦੇਖਾਂ ਤੈ ਧਿਰ ਮੌਜੂਦ। ਮੈਂ ਜਿੱਥੇ ਵੇਖਦਾ ਮੈਨੂੰ ਰੱਬ ਜੀ ਨਜ਼ਰ ਆਉਂਦੇ ਨੇ, ਕਿਉਂਕਿ ਅੰਦਰ ਵਾਲੇ ਰੱਬ ਜੀ ਨਜ਼ਰ ਆ ਗਏ ਨੇ। ਜਿਸ ਇਨਸਾਨ ਨੂੰ ਅੰਦਰ ਵਾਲੇ ਰੱਬ ਜੀ ਨਜ਼ਰ ਨਹੀਂ ਆਉਂਦੇ ਨੇ, ਉਸ ਨੂੰ ਬਾਹਰ ਰੱਬ ਜੀ ਨਜ਼ਰ ਆ ਨਹੀਂ ਸਕਦੇ ਨੇ, ਔਰ ਜਿਸ ਨੂੰ ਆਪਣੇ ਅੰਦਰ ਰੱਬ ਜੀ ਨਜ਼ਰ ਨਹੀਂ ਆਏ ਨੇ, ਉਹ ਬਾਹਰ ਦੂਜੇ ਲੋਕਾਂ ਵਿੱਚ ਰੱਬ ਨਹੀਂ ਵੇਖ ਸਕਦਾ। ਜੋ ਦੂਜੇ ਲੋਕਾਂ ਵਿੱਚ ਰੱਬ ਨਹੀਂ ਵੇਖ ਸਕਦਾ, ਉਹਦੀਆਂ ਨਿਸ਼ਾਨੀਆਂ ਹੁੰਦੀਆਂ। ਉਹ ਕਹਿੰਦਾ ਮੈਂ ਸ਼ਰੀਫ, ਲੋਕੀ ਬਦਮਾਸ਼। ਉਹ ਕਹਿੰਦਾ ਮੈਂ ਸ਼ਰੀਫ, ਲੋਕੀ ਧੋਖੇਬਾਜ਼। ਉਹ ਕਹਿੰਦਾ ਮੈਂ ਸ਼ਰੀਫ, ਮੈਂ ਸਭ ਨੂੰ ਪਿਆਰ ਕੀਤਾ, ਮੈਨੂੰ ਕਿਸੇ ਨੇ ਨਹੀਂ ਕੀਤਾ। ਦਰਅਸਲ ਉਸਨੇ ਆਪਣੇ ਆਪ ਨੂੰ ਪਿਆਰ ਕੀਤਾ ਹੀ ਨਹੀਂ। ਜਿਸ ਦੇ ਅੰਦਰ ਰੱਬ ਜੀ ਵਸਦੇ ਨੇ, ਜੇ ਉਹ ਅੰਦਰੋਂ ਖਿੜਿਆ ਹੋਇਆ ਨਹੀਂ ਹੈ, ਤੇ ਉਹਦੇ ਅੰਦਰ ਦੇ ਰੱਬ ਜੀ ਪਤਿਆਉਂਦੇ ਨਹੀਂ ਹਨ। ਕਰਮਕਾਂਡ, ਚਤਰਾਈਆਂ, ਪਾਖੰਡ ਦੇ ਨਾਲ, ਹਿਪੋਕ੍ਰੇਸੀ ਦੇ ਨਾਲ ਅੰਦਰ ਦੇ ਰੱਬ ਜੀ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਅੰਦਰ ਦੇ ਰੱਬ ਜੀ ਸੱਚ ਜਾਣਦੇ ਨੇ, ਇਸ ਕਰਕੇ ਅੰਦਰ ਦੇ ਰੱਬ ਜੀ ਨੂੰ ਅੰਤਰਜਾਮੀ ਕਹਿੰਦੇ ਹਾਂ। ਇੱਕ ਬੱਚੇ ਨੇ ਪੁੱਛਿਆ, ਰੱਬ ਜੀ ਅੰਤਰਜਾਮੀ ਨੇ ਕਿਸ ਤਰ੍ਹਾਂ? ਮੈਂ ਉਹਨੂੰ ਕਿਹਾ ਤੂੰ ਜਿੱਥੇ ਵੀ ਚਲਾ ਜਾ, ਤੇਰੇ ਮਨ ਅੰਦਰ ਜਿਹੜਾ ਖਿਆਲ ਆਏਗਾ ਉਹ ਰੱਬ ਜੀ ਜਾਣਦੇ ਨੇ। ਦੈਟਸ ਵਾਈ ਇਜ਼ ਅੰਤਰਜਾਮੀ, ਐਂਡ ਦੈਟਸ ਵਾਈ ਵੇਅਰ ਐਵਰ ਵੀ ਗੋ, ਤੂੰ ਸਭਨੀ ਥਾਈ ਜਿੱਥੇ ਹੋ ਜਾਏ। ਹੁਣ ਮੈਂ ਜਿੱਥੇ ਨਾਲ ਜਾਵਾਂਗਾ, ਮੇਰੇ ਰੱਬ ਜੀ ਨਾਲ ਜਾਣਗੇ। ਰੱਬ ਜੀ ਮੇਰਾ ਮਨ ਪੜ੍ਹ ਲੈਂਦੇ ਨੇ, ਕਿਉਂਕਿ ਮੈਂ ਆਪਣਾ ਮਨ ਵੀ ਤੇ ਨਾਲ ਹੀ ਲੈ ਕੇ ਜਾਂਦਾ ਹਾਂ। ਅਸੀਂ ਗੁਰਬਾਣੀ 'ਚੋਂ ਸਿੱਖਣਾ ਹੈ, ਮੇਰੇ ਅੰਦਰ ਵਸਦੇ ਰੱਬ ਜੀ ਦੀ ਗੱਲ ਮੈਂ ਕਿਵੇਂ ਸੁਣਾ, ਅੰਦਰ ਵਾਲੇ ਰੱਬ ਜੀ ਨਾਲ ਮੈਂ ਇੱਕ ਮਿੱਕਤਾ ਕਿਵੇਂ ਪ੍ਰਾਪਤ ਕਰਾਂ। ਅੰਦਰ ਵਾਲੇ ਰੱਬ ਜੀ ਨਾਲ ਜੇ ਮੇਰਾ ਪਿਆਰ ਪੈ ਜਾਏ, ਉਹਦੇ ਵਾਸਤੇ ਮੇਰੇ ਕਿਹੜੀਆਂ ਰੁਕਾਵਟਾਂ ਹਨ। ਇਸ ਅਵਸਥਾ ਨੂੰ ਕਹਿੰਦੇ ਨੇ ਮੈਂ ਕੁੜਿਆਰਾ ਹਾਂ, ਸਚਿਆਰਾ ਕਿਵੇਂ ਬਣਾ।
बहुत नम्रता वाली अवस्था है, बड़ी हलीमी वाली अवस्था है, ह्यूमिलिटी वाली अवस्था है, हंबलनेस वाली अवस्था है, समर्पण की अवस्था है कि मैं मन रहा हाँ मैं कुड़ियार हाँ। जो कुड़ियार तो सचियार बनना चाहता है ਉਹਨੂੰ ਗੁਰੂ ਪਾਤਸ਼ਾਹ ਬਾਣੀ ਰਾਹੀਂ ਸਮਝਾਉਂਦੇ ਨੇ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਮੇਰਾ ਭਾਂਡਾ ਸਾਫ਼ ਨਹੀਂ ਹੈ ਔਰ ਮੈਂ ਸਰੀਰ ਨੂੰ ਤੀਰਥਾਂ 'ਤੇ ਨਹਾਉਣ ਜਾਂਦਾ ਹਾਂ, ਮੈਂ ਸਰੀਰ ਦੀ ਸੁਚਮਤਾ ਕਰਦਾ ਹਾਂ, ਮੈਂ ਸਰੀਰ ਨੂੰ ਪਵਿੱਤਰ ਕਰਨ ਦੇ ਚੱਕਰ ਵਿੱਚ ਹਾਂ। ਗੁਰੂ ਪਾਤਸ਼ਾਹ ਕਹਿੰਦੇ ਨੇ ਸਰੀਰ ਨੂੰ ਕਹਿੰਦੇ ਨੇ ਲੋਕ, ਅੰਦਰ ਦੇ ਸਰੀਰ ਨੂੰ ਕਹਿੰਦੇ ਨੇ ਪਰਲੋਕ, ਅੰਦਰ ਦੇ ਮਨ ਨੂੰ ਕਹਿੰਦੇ ਨੇ ਪਰਲੋਕ, ਅੰਤਰ ਆਤਮੇ 'ਚ ਅੰਦਰ ਵਸਦੇ ਨੇ ਰੱਬ ਜੀ। ਰੱਬ ਜੀ ਨੂੰ ਫੂਲ ਕੀਤਾ ਨਹੀਂ ਜਾ ਸਕਦਾ। ਜਦੋਂ ਅੰਦਰ ਦੇ ਰੱਬ ਜੀ ਜਾਣਦੇ ਨੇ ਸਭ ਕੁਛ, ਤਾਂ ਅੰਦਰ ਦੇ ਰੱਬ ਜੀ ਦੀ ਗੱਲ ਸਭ ਜਗ੍ਹਾ ਸੁਣਾਂਗੇ, ਸਭ ਜਗ੍ਹਾ ਮੰਨਾਂਗੇ, ਉਹਨਾਂ ਨੂੰ ਮੌਜੂਦ ਸਮਝਾਂਗੇ। ਜਦੋਂ ਮੈਂ ਉਹਨਾਂ ਨੂੰ ਮੌਜੂਦ ਨਹੀਂ ਸਮਝ ਰਿਹਾ, ਇਹਦਾ ਮਤਲਬ ਮੈਨੂੰ ਆਪਣਾ ਭਾਂਡਾ ਮੈਲਾ ਹੀ ਨਹੀਂ ਲੱਗ ਰਿਹਾ, ਜਦ ਕਿ ਮੇਰਾ ਭਾਂਡਾ ਮੈਲਾ ਹੈ। ਗੁਰੂ ਪਾਤਸ਼ਾਹ ਕਹਿੰਦੇ ਭਾਂਡਾ ਅੱਛਾ ਸੋਏ ਜੋਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਅੱਛਾ ਨਾ ਹੋਈ ਸੀ। ਅੱਛਾ ਗੁਰੂ ਪਾਤਸ਼ਾਹ ਕਿਵੇਂ ਸਾਫ਼ ਕਰਾਂ ਮੈਂ? ਗੁਰੂ ਦੁਆਰਾ ਹੋਏ, ਗੁਰੂ ਦੁਆਰਾ ਹੋਏ ਸੋਝੀ ਪਾਈ ਸੀ, ਤੈਨੂੰ ਅਕਲ ਮਿਲੇਗੀ। ਸਿਰਫ ਗੁਰਦੁਆਰੇ ਜਾਣ ਨਾਲ ਨਹੀਂ, ਗੁਰਦੁਆਰੇ ਜਾ ਕੇ ਗੁਰੂ ਦੇ ਦਰ 'ਤੇ ਜਾ ਕੇ, ਚਾਰ ਦੀਵਾਰਾਂ ਨੂੰ ਗੁਰੂ ਦਾ ਦਰ ਨਹੀਂ ਕਹਿੰਦੇ ਨੇ, ਜੋ ਮੇਰੀ ਸੁਰਤ ਸਤਿਗੁਰ ਦੀ ਗੱਲ ਸੁਣਦੀ ਹੈ ਉਸ ਨੂੰ ਗੁਰੂ ਦੇ ਦੁਆਰੇ 'ਤੇ ਪਹੁੰਚਣਾ ਕਹਿੰਦੇ ਨੇ। ਔਰ ਗੁਰੂ ਦੀ ਗੱਲ ਨੂੰ ਸੁਣਦਿਆਂ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਈ ਸੀ। ਜਿਵੇਂ ਗੁਰੂ ਦੱਸਦਾ ਹੈ ਉਸ ਤਰ੍ਹਾਂ ਆਪਣੇ ਭਾਂਡੇ ਨੂੰ ਸਾਫ਼ ਕਰਨਾ ਅਤੇ ਸਾਫ਼ ਕਰਕੇ ਆਪਣੇ ਭਾਂਡੇ ਨੂੰ ਕਲੀਅਰ ਕਰਨਾ, ਉਹਦੇ ਵਿੱਚ ਗੁਰੂ ਦੀ ਵਸਤ ਪੈ ਹੀ ਜਾਂਦੀ ਹੈ, ਸਾਫ਼ ਭਾਂਡੇ ਵਿੱਚ ਹੀ ਪੈਂਦੀ ਹੈ। ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਧੇ ਕੋ ਜਾਵੋ। ਭਾਂਡਾ ਸਾਫ਼ ਹੋ ਗਿਆ, ਦੁੱਧ ਫਿਰ ਪੈ ਹੀ ਜਾਂਦਾ ਹੈ। ਇਹਨੂੰ ਗੁਰਪ੍ਰਸਾਦ ਕਹਿੰਦੇ ਹਨ। ਸੋ ਜਦੋਂ ਮੇਰੇ ਅੰਦਰ ਰੱਬ ਜੀ ਵਸਦੇ ਨੇ, ਮੈਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਮੈਂ ਆਪਣਾ ਮੂਲ ਪਛਾਣਾ ਤਾਂ ਪਤਾ ਲੱਗਾ ਆਈ ਐਮ ਦਾ ਓਰੀਜਨ, ਆਈ ਐਮ ਦਾ DNA ਬਟ ਆਫ ਗੋਡ। ਮੇਰਾ ਓਰੀਜਨ ਰੱਬ ਜੀ ਨੇ, ਮੇਰਾ DNA ਜਿਹੜਾ ਮੈਡੀਕਲ ਟਰਮਸ ਵਿੱਚ ਕਹਿੰਦੇ ਨੇ, ਉਹਨੂੰ ਗੁਰਬਾਣੀ 'ਚ ਕਹਿੰਦੇ ਨੇ ਕੋ ਕਬੀਰ ਇਹ ਰਾਮ ਕੀ ਅੰਸ਼। ਮੇਰਾ DNA ਰੱਬ ਜੀ ਤੋਂ ਨਿਕਲਿਆ ਹੋਇਆ। ਸਰੀਰਕ ਤੌਰ 'ਤੇ ਮੇਰਾ DNA ਮੇਰੇ ਮਾਤਾ ਪਿਤਾ ਤੋਂ ਹੈ। ਇਸ DNA ਮੁਤਾਬਕ ਮੇਰੀ ਬਾਹਰਲੀ ਸ਼ਕਲ ਸੂਰਤ, ਮੇਰੀਆਂ ਹੱਡੀਆਂ, ਮੇਰੇ ਸਾਰੇ ਸਰੀਰ ਦੇ ਅੰਦਰ ਜੋ ਕੁਛ ਵੀ ਹੈ, ਇਹ ਮੇਰੇ ਬਾਇਓਲੋਜੀਕਲ ਮੰਮੀ ਪਾਪਾ ਦੇ DNA ਤੋਂ ਬਣਿਆ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ ਸਹੀ ਮੈਨੇ ਤੇਰਾ DNA ਕੋ ਕਬੀਰ ਰਾਮ ਕੀ ਅੰਸ਼, ਕਿ ਤੂੰ ਰੱਬ ਜੀ ਦੀ ਅੰਸ਼ ਹੈ। ਇਹਨੂੰ ਮੂਲ ਪਛਾਣਨਾ ਕਹਿੰਦੇ ਨੇ। ਮੈਂ ਰੱਬ ਜੀ ਦੀ ਅੰਸ਼ ਹਾਂ, ਮੈਂ ਸ਼ੈਤਾਨੀਅਤ ਦੀ ਜਮਾ ਦੀ ਅੰਸ਼ ਨਹੀਂ ਹਾਂ। ਇਹ ਤੂੰ ਪਛਾਣਨਾ ਹੈ। ਜੋ ਇਨਸਾਨ ਨਹੀਂ ਪਛਾਣਦਾ ਉਹ ਜਮਾ ਵਾਲੀ ਬੁੱਧੀ ਨੂੰ ਜ਼ੋਰ ਪਕੜ ਲੈਂਦਾ, ਜਮਾ ਵਾਲੀ ਬੁੱਧੀ ਅਨੁਸਾਰ ਆਪਣਾ ਜੀਵਨ ਜੀਣਾ ਚਾਹੁੰਦਾ ਹੈ ਔਰ ਸੋਚਦਾ ਇਹਦੇ ਵਿੱਚ ਮੇਰੀ ਜਿੱਤ ਪ੍ਰਾਪਤ ਹੋ ਗਈ। ਗੁਰੂ ਪਾਤਸ਼ਾਹ ਕਹਿੰਦੇ ਨੇ ਜੋ ਤੂੰ ਜਮਾ ਵਾਲੀ ਬੁੱਧੀ ਦੇ ਨਾਲ ਰਹਿੰਦਾ ਹੈ ਨਾ, ਜਮਾ ਵਾਲੀ ਬੁੱਧੀ ਨੂੰ ਕਾਮ ਕ੍ਰੋਧ ਲੋਭ ਓਂਕਾਰ ਆਸ਼ਾ ਤ੍ਰਿਸ਼ਨਾ ਨਿੰਦਿਆ ਚੁਗਲੀ ਹਉਮੈ ਝੂਠ ਵਾਲਾ ਜੀਵਨ ਕਹਿੰਦੇ ਨੇ। ਔਰ ਕਾਮ ਕ੍ਰੋਧ ਲੋਭ ਓਂਕਾਰ ਆਸ਼ਾ ਤ੍ਰਿਸ਼ਨਾ ਨਿੰਦਿਆ ਚੁਗਲੀ, ਇਹ ਸਾਰਾ ਕੁਛ ਪਤਾ ਕੀ ਹੈ? ਜਦੋਂ ਇਹ ਵਾਲੇ ਜੰਮ ਤੈਨੂੰ ਸਤਾਉਂਦੇ ਨੇ, ਤੂੰ ਇਹਨਾਂ ਜਮਾਂ ਦੀ ਚਾਲ 'ਤੇ ਚੱਲਦਾ ਹੈ ਤਾਂ ਤੂੰ ਪਲ ਪਲ ਆਤਮਕ ਮੌਤੇ ਮਰਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਅੰਦਰ ਰੱਬ ਜੀ ਨੂੰ ਸਮਝਿਆ ਅਤੇ ਅੰਦਰ ਦੇ ਰੱਬ ਜੀ ਨੇ ਗੁਰੂ ਦੀ ਮੱਤ ਦਿੱਤੀ। ਮੱਤ ਲੈਣ ਨਾਲ ਹੋਇਆ ਕੀ?
ਮੂਲ ਪਛਾਣੈ ਤਾਂ ਛੋ ਜਾਣੈ। ਅੱਗੇ ਕੀ ਕਹਿੰਦੇ ਨੇ, ਮਰਨ ਜੀਵਨ ਕੀ ਸੋਜੀ ਹੋਈ। ਇਹ ਮਰਨ ਜੀਵਨ ਸਰੀਰਕ ਨਹੀਂ ਹੈ। ਇਹ ਤੇ ਮੈਡੀਕਲ ਟਰਮਸ ਵਿੱਚ 4 ਸਾਲ ਦੀ MBBS ਕਰੋ ਪਤਾ ਲੱਗ ਜਾਂਦਾ ਹੈ। ਜਿਨ੍ਹਾਂ ਨੇ ਨਹੀਂ ਕੀਤੀ ਹੈ ਉਹਨਾਂ ਨੂੰ ਵੀ ਆਮ ਦੁਨੀਆ ਨੂੰ ਪਤਾ ਹੈ, ਐਸੇ ਕਰੇ तो जीते हैं, ऐसे करे तो मर जाते हैं। ਆਮ ਬੰਦਾ ਐਡਵਾਈਸ ਕਰਦਾ ਰਹਿੰਦਾ ਇਹ ਵਾਲੀਆਂ ਦਵਾਈਆਂ ਖਾਓ, ਇਹ ਵਾਲੀਆਂ ਚੀਜ਼ਾਂ ਖਾਓ, ਇਹ ਜੇ ਤੁਸੀਂ ਗਲਤ ਚੀਜ਼ ਖਾਓਗੇ ਤਾਂ ਕੋਲੈਸਟਰੋਲ ਹੋ ਜਾਏਗਾ, ਇਹ ਜੇ ਮਰ ਜਾਈਦਾ, ਇਹਦੇ ਨਾਲ ਕੈਂਸਰ ਹੋ ਜਾਂਦਾ। ਇਹ ਤਾਂ ਮਰਨ ਜੀਵਨ ਦੀ ਸਭ ਨੂੰ ਸੋਝੀ ਹੈ। ਪਲ ਪਲ ਆਤਮਕ ਮੌਤ ਕਿਵੇਂ ਹੁੰਦੀ ਹੈ ਅਤੇ ਤੂੰ ਬਾਰ-ਬਾਰ ਜੰਮਦਾ ਮਰਦਾ ਕਿਸ ਤਰ੍ਹਾਂ ਹੈ। ਮਰਨ ਜੀਵਨ ਕੀ ਸੋਝੀ ਹੋ ਜਾਂਦੀ ਹੈ। ਮਰਨ ਕੀ ਹੈ ਤੇ ਜੀਵਨ ਕੀ ਹੈ। ਮਤ ਕੋਈ ਜਾਣੈ ਜਗ ਜੀਵਦਾ, ਦੂਜੇ ਪਾਈ ਮੁਈਆਸ। ਇਹ ਜੀਵਨ ਨਹੀਂ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਆਖਾਂ ਜੀਵਾਂ, ਇਹ ਜੀਵਨ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ। ਅੱਛਾ, ਮੈਨੂੰ ਰੱਬ ਜੀ ਵਿਸਰ ਜਾਂਦੇ ਨੇ ਤਾਂ ਮੈਂ ਮਰ ਜਾਂਦਾ। ਨਾਨਕ ਜਿਤ ਵੇਲੇ ਵਿਸਰੈ ਮੇਰਾ ਸੁਆਮੀ, ਤਿਤ ਵੇਲਾ ਮਰ ਜਾਏ ਜੀਓ ਮੇਰਾ, ਮੈਂ ਮਰ ਜਾਂਦਾ। ਇਹਦਾ ਮਤਲਬ ਜਦੋਂ ਮੈਂ ਮਰਦਾ ਹਾਂ ਆਤਮਿਕ ਤੌਰ 'ਤੇ ਮੈਨੂੰ ਜਮ ਸਤਾਉਂਦੇ ਨੇ ਔਰ ਮੈਂ ਕਲਯੁਗੀ ਜੀਵਨ ਜੀਂਦਾ ਹਾਂ। ਕਲਯੁਗੀ ਜੀਵਨ ਵਿੱਚ ਕਲ ਵਾਲਾ ਸੁਭਾਅ ਬਣ ਜਾਂਦਾ ਹੈ। ਜਦੋਂ ਕਲ ਵਾਲਾ ਸਾਡਾ ਸੁਭਾਅ ਬਣ ਜਾਂਦਾ ਹੈ ਤਾਂ ਇਸੇ ਨੂੰ ਜਨਮ ਮਰਨ ਕਹਿੰਦੇ ਨੇ। ਸਹੀ ਮੈਨੇ 'ਚ ਜਦੋਂ ਮੈਂ ਕਹੋ ਕਬੀਰੇ ਰਾਮ ਕੀ ਅੰਸ਼, ਜਦੋਂ ਮੈਂ ਨਿਰਮਲ ਨੀਰ ਬੱਚਾ ਜੰਮਿਆ ਸੀ, ਮੇਰੇ ਅੰਦਰ ਕੋਈ ਛਲ ਫਰੇਬ ਨਹੀਂ ਸੀ, ਮੇਰੇ ਅੰਦਰ ਕਿਸੇ ਨਾਲ ਵੈਰ ਨਹੀਂ ਸੀ। ਮੈਂ ਥੋੜ੍ਹਾ ਵੱਡਾ ਹੋਇਆ, ਜਿਹੜੇ ਬੱਚੇ ਮੇਰਾ ਟੋਏ ਖੋਹਦੇ ਸਨ ਜਾਂ ਜਿਹੜੇ ਮੇਰੀ ਖਾਣ ਦੀ ਚੀਜ਼ ਖੋਹਦੇ ਸਨ ਉਹਨਾਂ ਨਾਲ ਲੜਾਈ ਹੁੰਦੀ ਸੀ। ਫਿਰ ਪਲ ਬਾਅਦ ਮੈਂ ਭੁਲਾ ਦਿੰਦਾ ਸੀ, ਉਹਨਾਂ ਨਾਲ ਹੀ ਖੇਡਣ ਲੱਗ ਪੈਂਦਾ ਸੀ। ਨਿਰਵੈਰ ਅਵਸਥਾ ਸੀ। ਨਿਰਮਲ ਨੀਰ ਮੀਨਸ ਬਿਲਕੁਲ ਕ੍ਰਿਸਟਲ ਕਲੀਅਰ ਦਿਮਾਗ, ਮਨ ਸਾਫ। ਹੁਣ ਇਹਨੇ ਮੈਲ ਪਕੜਨੀ ਸ਼ੁਰੂ ਕੀਤੀ। ਜਦੋਂ ਮਨ ਸਾਫ ਸੀ, ਇਹ ਸਾਧ ਸੰਗਤ ਜੀ ਬਾਣੀ 'ਚ ਇਹਨੂੰ ਸੱਤ ਯੁਗ ਦੀ ਅਵਸਥਾ ਕਹਿੰਦੇ ਨੇ। ਯੁਗ ਦਾ ਮਤਲਬ ਹੁੰਦਾ ਸੋਚਣ ਦਾ ਢੰਗ। ਯੁਗ ਡਜ਼ ਨਾਟ ਮੀਨ ਕੈਲੰਡਰ ਈਅਰਸ ਦੀ ਈਰਾ, ਕੈਲੰਡਰ ਈਅਰਸ ਦੀ ਸੈਂਚਰੀ ਔਰ ਥਾਊਜ਼ੈਂਡਸ ਆਫ ਈਅਰਸ ਨੂੰ ਇਕੱਠਿਆਂ ਕਰੋ, ਉਹਨੂੰ ਯੁਗ ਨਹੀਂ ਕਹਿੰਦੇ ਨੇ ਗੁਰਬਾਣੀ 'ਚ। ਉਹ ਜੀ हज़ारों साल पहले कोई सतयुग होता था, करोड़ों साल पहले, फिर द्वापर त्रेता होता था, फिर आजकल कल युग है। और ये कल युग तुम्हारी उम्र तो मसा 100 साल होएगी, 2.5 लाख साल होगा। ना देखा है कि 2.5 लाख के बाद ख़त्म होगा, ना पता है शुरू कब हुआ था। गुरबाणी कहती है कल युग का मतलब होता है तू सतयुगी अवस्था तो डिगदा 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 कल ਦੀ ਅਵਸਥਾ 'ਚ ਆ ਗਿਆ। ਇਹਨੂੰ ਕਹਿੰਦੇ ਨੇ ਅਵਤਰਣ ਹੋਣਾ, ਆਪਣੇ ਲੈਵਲ ਤੋਂ ਥੱਲੇ ਡਿੱਗ ਪੈਣਾ। ਇਨਸਾਨੀਅਤ ਦਾ ਤਲ ਮੈਨੂੰ ਮਿਲਿਆ ਸੀ, ਇਨਸਾਨੀਅਤ ਪੂਰਨ ਮਨੁੱਖਤਾ ਦੇ ਤਲ ਤੋਂ ਥੱਲੇ ਡਿੱਗ ਪੈਣਾ। ਅਤੇ ਜਦੋਂ ਥੱਲੇ ਪੂਰੀ ਤਰ੍ਹਾਂ ਡਿੱਗ ਪੈਣਾ ਤਾਂ ਕਰਤੂਤ ਪਸ਼ੂ ਕੀ ਮਾਨਸ ਜ਼ਾਤ ਦੇਖਣ ਨੂੰ ਲੱਗਦਾ, ਕਰਤੂਤਾਂ ਪਸ਼ੂਆਂ ਵਾਲੀਆਂ ਕਰਦਾ ਹੈ। ਦਿਸ ਇਜ਼ ਕਾल्ड अवतरण। इसको कहते हैं अपने लेवल से नीचे गिर जाना। ਜਦੋਂ ਮੈਂ ਪਸ਼ੂਤਾ ਦੇ ਤਲ ਤੇ ਆ ਕੇ ਡਿੱਗਾ, ਕੀੜੇ ਮਕੌੜੇ ਦੇ ਤਲ ਤੇ ਆ ਕੇ ਡਿੱਗਾ, ਇਸੇ ਜੀਵਨ ਸਰੀਰਕ ਤੌਰ ਤੇ ਦੇਖਦਿਆਂ ਦੇਖਦਿਆਂ ਜਿਸ ਤਲ ਤੇ ਆ ਕੇ ਮੈਂ ਡਿੱਗਾ, ਇਹਦੇ ਤੇ ਮੈਂ ਅਪਸੈਟ ਹਾਂ, ਇਹਦੇ ਤੇ ਮੈਂ ਦੁਖੀ ਹਾਂ, ਇਹਦੇ ਤੇ ਮੈਨੂੰ ਡਰ ਲੱਗਦਾ ਹੈ, ਇਹਦੇ ਤੇ ਲੋਭ ਮੋਹ ਹੰਕਾਰ ਸਤਾਉਂਦੇ ਨੇ ਮੈਨੂੰ। ਇਹ ਸਭ ਕੁਛ ਅਵਤਰਣ ਹੋ ਗਿਆ। ਔਰ ਇਹ ਮੈਂ ਅਪਸੈਟ ਜਿਹਨੂੰ ਕਹਿੰਦੇ ਨੇ, ਇਹਨੂੰ ਕਲ ਕਰਨਾ ਕਹਿੰਦੇ ਨੇ। ਕਲ ਹੁੰਦੀ ਹੈ। ਕਲ ਦੀ ਅਵਸਥਾ ਨੂੰ ਪਛਾਣ ਜਾਣਾ ਅਤੇ ਸਤਜੁਗੀ ਅਵਸਥਾ ਦੇ ਬਾਰੇ ਸੂਝ ਲੈ ਲੈਣੀ। ਹਾਊ ਟੂ ਗੈਟ ਬੈਕ ਟੂ ਦੈਟ ਸਟੇਟ, ਉਹਨੂੰ ਕਹਿੰਦੇ ਨੇ एक्मी ऑफ स्पिरिचुअल लेवल अचीव करना। मैं वापस सतयुगी अवस्था में कैसे आ सकता हूँ? किव सचियारा हुई है।
ਸਤਜੁਗ ਸੱਚ ਦਾ ਯੁਗ। ਮੈਂ ਸਚਾਰਾ ਕਿਵੇਂ ਕੂੜ ਹੈ ਟੁੱਟਿਆ ਪਾਲ, ਮੇਰੀ ਕੱਲ ਦੀ ਅਵਸਥਾ ਕੂੜ ਦੀ ਪਾਲ ਹੈ, ਵਿਚਕਾਰ ਮੇਰੇ ਇੰਨਾ ਗੈਪ ਆ ਗਿਆ, ਮੈਂ ਵਾਪਸ ਇਹਨੂੰ ਕਿਵੇਂ ਅਚੀਵ ਕਰਾਂ। ਧਰਮ ਦਾ ਪੱਲਾ ਫੜਿਆ ਔਰ ਵਾਪਸ ਪੁੱਛੀਏ। ਇਹਨੂੰ ਕਹਿੰਦੇ ਨੇ ਜੁਗ ਜੁਗ ਫੇਰ ਬਟਾਈ ਹੈ, ਗਿਆਨੀ ਬੁੱਝੈ ਤਾਈ। ਸੱਚ ਦੇ ਗਿਆਨ ਦੇ ਨਾਲ ਇਹ ਯੁੱਗ ਦਾ ਫੇਰ ਵਟਾ ਕੇ ਮੁੜ ਕੇ ਉੱਥੇ ਪਹੁੰਚਣਾ। ਫੇਰ ਵਟਾ ਕੇ ਮੀਨਸ ਮੇਰੀ ਅੱਜ ਕੱਲ੍ਹ ਕਲਯੁਗੀ ਅਵਸਥਾ ਹੈ ਔਰ ਮੈਂ ਇਹ ਰੂਪ ਵਾਪਸ ਫੇਰ ਵਟਾ ਕੇ ਮੀਨਸ ਮੈਂ ਕੂੜ ਤੋਂ ਝੂਠ ਤੋਂ ਪੁੱਠੇ ਤੋਂ ਸਿੱਧੇ ਪਾਸੇ ਜਾ ਕੇ ਫਿਰ ਸਤਜੁਗੀ ਅਵਸਥਾ ਪ੍ਰਾਪਤ ਕਰ ਸਕਦਾ ਹਾਂ। ਸਾਧ ਸੰਗਤ ਜੀ, ਇਹ ਗੁਰਮਤ ਦਾ ਸਤਜੁਗ ਤੋਂ ਕਲਯੁਗ ਅਤੇ ਕਲਯੁਗ ਤੋਂ ਸਤਜੁਗੀ ਅਵਸਥਾ ਪ੍ਰਾਪਤ ਕਰਨ ਦਾ ਫਲਸਫਾ ਹੈ। ਜਦੋਂ ਆਏਗਾ ਕਲਯੁਗ ਮੈਂ ਕੀਰਤਨ ਪ੍ਰਧਾਨ ਹਾਂ, ਉਹਦਾ ਮਤਲਬ ਨਹੀਂ ਹੈ ਅੱਜ ਕੱਲ੍ਹ ਕਲਯੁਗ ਹੈ ਔਰ ਵਾਜਾ ਤਬਲਾ ਵਜਾਓ ਕੀਰਤਨ ਦੇ ਪ੍ਰਧਾਨ। ਕੱਲ ਯੁੱਗ ਮੈਂ ਕੱਲ ਦੇ ਯੁੱਗ ਵਿੱਚ ਕੱਲ ਕਲਾ ਕਲੇਸ਼ ਦੇ ਤੇਰੇ ਥਾਟ ਪ੍ਰੋਸੈਸ ਵਿੱਚ ਪ੍ਰਧਾਨਤਾ ਅਗਵਾਈ ਤੈਨੂੰ ਲੈਣੀ ਹੈ ਕੀਰਤੀ ਦੀ, ਰੱਬੀ ਵਡਿਆਈਆਂ ਦੀ। ਕੱਲ ਯੁੱਗ ਮੈਂ ਕੀਰਤਨ ਮੀਨਸ ਕੀਰਤੀ, ਰੱਬ ਜੀ ਦੀ ਵਡਿਆਈ ਵਾਲੇ ਗੁਣਾਂ ਨਾਲ ਜੀਣਾ। ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ। ਤੂੰ ਇਸ ਨੂੰ ਫੋਲੋ ਪ੍ਰੋਪਰਲੀ ਕਰ, ਤੇਰੀ ਕਲ ਤੋਂ ਸਤਜੁਗੀ ਅਵਸਥਾ ਜੀਂਦੇ ਜੀ ਇੱਥੇ ਪ੍ਰਾਪਤ ਹੋ ਸਕਦੀ ਹੈ। ਕੁੜਿਆਰ ਤੋਂ ਸਚਾਰ ਮਰਨ ਜੀਵਨ ਕੀ ਸੋਝੀ ਹੋਈ, ਮੈਨੂੰ ਕਲ ਯੁੱਗ ਕਿਵੇਂ ਮਿਲਿਆ, ਕਿਹੜੀਆਂ ਗਲਤੀਆਂ ਕਾਰਨ ਮਿਲਿਆ, ਤੇ ਮੁੜ ਕੇ ਕਲ ਯੁੱਗ ਤੋਂ ਸਤਜੁਗ ਕਿਵੇਂ ਮਿਲ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਲਯੁਗ ਅਤੇ ਸਤਯੁਗ ਵਿੱਚ ਸਹੀ ਚੰਦ ਚੜ੍ਹੇ ਸੇ ਤਾਰੇ। ਉਹੀ ਜਿਹਨੂੰ ਦੁਨੀਆ ਸਮਝਦੀ ਸੀ ਕਰੋੜਾਂ ਸਾਲ ਪਹਿਲਾਂ ਸਤਯੁਗ ਸੀ, ਅੱਜ ਵੀ ਉਹੀਓ ਸੂਰਜ ਚੰਨ ਤਾਰੇ ਨੇ। ਤੂੰ ਹੈ ਮਨੁੱਖ ਕੱਲ ਦੇ ਲੱਖਣ ਵਿਚਾਰ, ਕੱਲ ਦੇ ਸਿੰਪਟਮਸ ਥਾਟ ਪ੍ਰੋਸੈਸ ਵਿੱਚ ਲਿਆ। ਇਹਨੂੰ ਵਿਚਾਰ ਕਰਿਆ ਕਰ। ਆਪ ਜੀ ਸਾਰੇ ਬਾਣੀ ਪੜ੍ਹਦੇ ਹੋ, ਇਸ ਸ਼ਬਦ ਨੂੰ ਘਰ ਜਾ ਕੇ ਪੜ੍ਹਨਾ। ਸਹੀ ਚੰਦ ਚੜ੍ਹੇ ਸੇ ਤਾਰੇ। ਗੁਰੂ ਪਾਤਸ਼ਾਹ ਕਹਿੰਦੇ ਨੇ ਕੁਛ ਵੀ ਚੇਂਜ ਨਹੀਂ ਹੋਇਆ ਯੂਨੀਵਰਸ ਵਿੱਚ, ਓਨਲੀ ਤੇਰਾ ਥਾਟ ਪ੍ਰੋਸੈਸ, ਤੇਰੇ ਮਨ ਨੇ ਕੂੜ ਇਕੱਠੀ ਕੀਤੀ ਹੈ। ਜਦੋਂ ਮਨ ਸਤਜੁਗੀ ਅਵਸਥਾ 'ਚ ਹੁੰਦਾ ਹੈ ਤੇ ਮਨ ਦਾ ਮਾਨੋ ਧਰਮ ਰੂਪੀ ਬੈਲ ਚਾਰ ਟੰਗਾਂ ਤੇ ਬੈਲੈਂਸਡ ਖੜਾ ਹੈ। ਤੇਰੀ ਇੱਕ ਟੰਗ ਚੁੱਕੀ ਗਈ, ਦੂਜੀ ਚੁੱਕੀ ਗਈ, ਦੁਆਪਰ ਤ੍ਰੇਤਾ ਵਿੱਚ ਡਿੱਗਿਆ, ਤੀਜੀ ਚੁੱਕੀ ਗਈ, ਇੱਕ ਟੰਗ ਰਹਿ ਗਈ। ਹੁਣ ਇੱਕ ਟੰਗ ਵੇਲੇ ਕਲ ਤੇਰਾ ਬੈਲ ਬੈਲੈਂਸਡ ਨਹੀਂ ਹੈ। ਦੁਆਪਰ ਤ੍ਰੇਤਾ ਵੇਲੇ ਵੀ ਜੇ ਇੱਕ ਟੰਗ ਵਾਪਸ ਤੂੰ ਮਾਰ ਲੈਂਦਾ, ਜੁਗ ਫੇਰ ਵਟਾਈ ਹੈ, ਮੁੜ ਕੇ ਸਤਜੁਗ ਦੀ ਅਵਸਥਾ ਵਿੱਚ ਆ ਸਕਦਾ ਸੀ। ਬਟ ਯੂ ਡਿਡ ਨਾਟ ਰੀਅਲਾਈਜ਼। ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਅਵਸਥਾ ਨੂੰ ਸਿੱਖਣਾ ਹੋਵੇ, ਪੂਰੀ ਦੁਨੀਆ ਨੂੰ ਕਹਿੰਦੇ ਨੇ ਤੂੰ ਪਹਿਲਾਂ ਸਮਝ ਮੇਰੀ ਕਲ ਹੁੰਦੀ ਕਿਉਂ ਹੈ। ਜੇ ਕਲ ਹੁੰਦੀ ਹੈ ਤੇ ਮੈਂ ਅਪਸੈਟ ਹੁੰਦਾ ਹਾਂ, ਇਹ ਮੇਰਾ ਥਾਟ ਪ੍ਰੋਸੈਸ ਹੈ ਜੋ ਮੈਂ ਅਪਸੈਟ ਹੁੰਦਾ। ਅਸੀਂ ਦੂਜਿਆਂ 'ਤੇ ਬਲੇਮ ਲਾਇਆ, ਮੈਂ ਤੁਹਾਡੇ ਸਾਰਿਆਂ ਦੇ ਕਾਰਨ ਅਪਸੈਟ ਹੁੰਦਾ, ਇਹ ਭੁਲੇਖਾ। ਪਰ ਕੋਈ ਕਿਸੇ ਨੂੰ ਧਰਮ ਦੇ ਮਾਰਗ ਤੋਂ ਟੁਰਨ 'ਤੇ ਰੋਕ ਨਹੀਂ ਸਕਦਾ, ਕਿਉਂਕਿ ਧਰਮ ਦਾ ਮਾਰਗ ਅੰਦਰ ਜਾਣ ਦਾ। ਉਹਨੂੰ ਕਹਿੰਦੇ ਨੇ ਸੰਤ ਕਾ ਮਾਰਗ ਧਰਮ ਕੀ ਪੌੜੀ। ਸੰਤ ਕਾ ਮਾਰਗ ਧਰਮ ਕੀ ਪੌੜੀ ਕੀ ਹੁੰਦਾ? ਇੱਕ ਚੰਗੇ ਗੁਣ ਦੀ ਪੌੜੀਆਂ ਚਲਦੇ ਜਾਣਾ। ਸੰਤ ਕਾ ਮਾਰਗ ਧਰਮ ਕੀ ਪੌੜੀ। ਕੋ ਵਡਭਾਗੀ ਪਾਏ ਦਾ ਮਤਲਬ ਇਹ ਨਹੀਂ ਹੁੰਦਾ ਕੋਈ ਵਡਭਾਗਾ ਹੋਏਗਾ ਤੁਹਾਨੂੰ ਮਿਲੇਗਾ। ਨੋ, ਹੂਸੋਐਵਰ ਮਿਹਨਤ ਕਰੇਗਾ, ਸ਼ਰਮ ਖੰਡ ਵਿੱਚ ਜਾਏਗਾ, ਉਹਨੂੰ ਇਹ ਪ੍ਰਾਪਤ ਹੋਏਗਾ। ਇਹਦਾ ਮਤਲਬ ਆਪ ਅਸੀਂ ਭਾਗ ਬਣਾਉਂਦੇ ਹਾਂ। ਮੇਰੇ ਭਾਗ ਬਣਨੇ ਤਾਂ ਸ਼ੁਰੂ ਹੋਣਗੇ ਜਦੋਂ ਮੈਂ ਮਹਿਸੂਸ ਕਰਾਂ ਕਿ ਮੈਂ ਕਲਯੁਗੀ ਅਵਸਥਾ ਵਿੱਚ ਰਹਿੰਦਾ ਹਾਂ। ਮੈਨੂੰ ਕਲ ਹੁੰਦੀ ਹੈ, ਕਲਾ ਕਲੇਸ਼ ਹੁੰਦੀ ਹੈ।
ਜਿਹੜੇ ਜਿਹੜੇ ਕਾਰਨਾਂ ਕਰਕੇ ਹੁੰਦੀ ਹੈ, ਮੈਂ ਉਹ ਕਾਰਨ ਕੱਟਨੇ ਹਨ। ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟਿਆ ਭਾਲ। ਗੁਰੂ ਪਾਤਸ਼ਾਹ ਕਹਿੰਦੇ ਨੇ ਇੱਕ ਤਰੀਕਾ ਹੈ ਕਲਯੁਗ ਤੋਂ ਸਤਯੁਗੀ ਅਵਸਥਾ ਮਾਣਨ ਦਾ, ਕੂੜੀ ਤੋਂ ਖਤਮ ਕਰਕੇ ਸਤਯੁਗੀ ਹੋਣ ਦਾ ਤਰੀਕਾ ਹੈ। ਜੋ ਰੱਬ ਜੀ ਦੀ ਅੰਦਰੋਂ ਆਵਾਜ਼ ਆਉਂਦੀ ਉਹਨੂੰ ਰੱਬੀ ਰਜ਼ਾ, ਰੱਬੀ ਹੁਕਮ, ਰੱਬੀ ਭਾਣਾ ਕਹਿੰਦੇ ਹਨ। ਉਸ ਅਨੁਸਾਰ ਟੁਰਿਆ ਕਰ, ਤੇਰੇ ਨਾਲ ਲਿਖਿਆ ਹੋਇਆ ਹੈ। ਕਿਤਨੀ ਸਿੰਪਲ ਹੋ ਗਈ, ਸਾਦਾ ਹੋ ਗਈ। ਹੁਣ ਤੂੰ ਚਾਹੁੰਦਾ ਹੈ, ਗੁਰੂ ਪਾਤਸ਼ਾਹ ਕਹਿੰਦੇ ਨੇ ਦੇਖ ਕਿਸ ਤਰ੍ਹਾਂ ਖੇਡ ਵਾਪਰਦੀ। ਜਿਨ ਕੋ ਪਾਂਡੈ ਪਾਓ ਤਿਨਾ ਸਵਾਰ ਸੀ, ਜਿਨ ਕੋ ਪਾਂਡੈ ਪਾਓ ਤਿਨਾ ਸਵਾਰ ਸੀ, सूखी करे पसाओ दुख विसारसी, सूखी करे पसाओ दुख विसारसी, जिनको पांडे पाओ तिना सवारसी। हाँ, जिनको पांडे सूखी करे पसाओ दुख विसारसी, सूखी करे पसाओ दुख विसारसी, सहसा मूले नाए, सहसा मूले नाए, सार पर तारसी, सर पर तारसी, जिनको पांडे पाओ तिना सवारसी, सूखी करे पसाओ दुख विसारसी, सूखी करे पसाओ दुख विसारसी। ਜਿਹਨੂੰ ਆਪਣਾ ਭਾਂਡਾ ਸਵਾਰਨ ਦਾ ਸ਼ੌਂਕ ਹੈ, ਉਹਦਾ ਭਾਂਡਾ ਸਵਾਰਨ ਵਾਸਤੇ ਉਹ ਧਰਮਖੰਡ ਗਿਆਨਖੰਡ ਵਿੱਚ ਜਾਂਦਾ ਹੈ। ਜੋ ਦੱਸਦੇ ਨੇ ਉਹਦੇ 'ਤੇ ਸ਼ਰਮ ਕਰਦਾ ਹੈ। ਜਿਸ ਤਰੀਕੇ ਨਾਲ, ਜਿਸ ਫਲਸਫੇ ਨਾਲ ਦੱਸਦੇ ਨੇ ਕਰਮਖੰਡ ਦੀ ਅਵਸਥਾ ਵਿੱਚ ਉਹਨੂੰ ਸੱਚਖੰਡ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਮਾਨੋ ਉਹਦਾ ਭਾਂਡਾ ਸਾਫ਼ ਹੋ ਗਿਆ ਔਰ ਭਾਂਡੇ ਵਿੱਚ ਵਸਤ ਪੈ ਗਈ। ਮਾਨੋ ਕਲਯੁਗ ਤੋਂ ਸਤਯੁਗ ਹੋ ਗਿਆ। ਮਾਨੋ तुरिया अवस्था प्राप्त हो गई। मानो निर्वाण पद प्राप्त हो गया। मानो चौथा पद प्राप्त हो गया। जितने लफज ने ये सारे का इको ही परम पद, सब का इको ही मतलब है। दसम द्वार खुलना, ये सब का इको ही मतलब है। ये सीधा जोगियां दे लफज ने। गुरु पातशाह कहते हैं तेरे मन की कूड़ खत्म, रब्बी मिलन हो गया। यही दसम द्वार खुलना है। यही लगातार उस गल नूं सुनता है, यही अनदनाद सुनना है। ਅਤੇ ਜਦੋਂ ਉਹਨੂੰ ਤੂੰ ਉਹ ਭਾਂਡੇ ਨੂੰ ਸਾਫ਼ ਕਰਨ ਵਾਸਤੇ ਸਿੰਸੀਅਰਲੀ ਜਦੋਂ ਵੀ ਤੂੰ ਕੁਝ ਕਰਦਾ ਹੈ ਤਾਂ ਸਹਿਸਾ ਮੂਲੇ ਨਾਏ ਸਰ ਪਰ ਤਾਰਸੀ। ਸਰ ਪਰ ਹੁੰਦਾ ਸ਼ੋਰ ਸ਼ਾਟ। ਭਾਂਡਾ ਸਾਫ਼ ਕਰ ਹੀ ਦਿੰਦਾ ਹੈ। ਭਾਂਡਾ ਅੱਛਾ ਸੋਏ ਜੋ ਤਿਸ ਭਾਵਸੀ। ਭਾਂਡਾ ਆਤਮਲੀਨ ਧੋਤਾ ਅੱਛਾ ਨਾ ਹੋਏ ਸੀ, ਗੁਰੂ ਦੁਆਰੇ ਹੋਏ ਸੋ ਜੀ ਪਾਏ ਸੀ। ਇਹ ਦੁਆਰਾ ਧੋਏ ਅੱਛਾ ਹੋਏ ਸੀ, ਸ਼ੋਰ ਸ਼ਾਟ ਹੋਏ ਸੀ। ਜਿਸ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਨਾ, ਉਹ ਨਮਰਤਾ 'ਚ ਭਾਂਡਾ ਸਾਫ਼ ਕਰਾਉਣ ਆ ਜਾਂਦਾ ਹੈ। ਲੋਕੀ ਲੋਕਾਂ ਦੇ ਭਾਂਡੇ ਸਾਫ਼ ਕਰਦੇ ਰਹਿੰਦੇ ਨੇ, ਲੋਕੀ ਲੋਕਾਂ ਦੇ ਕੱਪੜੇ ਧੋਂਦੇ ਰਹਿੰਦੇ ਨੇ, ਲੋਕੀ ਲੋਕਾਂ ਦੀ ਨਿੰਦਾ ਕਰਦੇ ਰਹਿੰਦੇ ਨੇ। ਕਬੀਰ ਸਾਹਿਬ ਕਹਿੰਦੇ ਨੇ ਨਿੰਦਕ ਹਮਰੇ ਕੱਪੜੇ ਧੋਏ। ਵਾਹ ਜੀ ਵਾਹ, ਆਪਣੇ ਕੱਪੜੇ ਧੋ, ਆਪਣੀ ਸਫਾਈ ਬਾਰੇ ਸੋਚ। ਜੇ ਤੇਰੇ ਮਨ ਅੰਦਰ ਸੁੱਖ ਚੈਨ ਲੈਣ ਦਾ ਦਿਲ ਹੈ, ਨਾਮੇ ਦੇਖ ਨਾਰਾਇਣ ਹਸੈ। ਨਾਨਕ ਭਗਤਾਂ ਸਦਾ ਵਿਕਾਸ ਦੀ ਅਵਸਥਾ ਤੂੰ ਚਾਹੁੰਦਾ ਤਾਂ ਤੂੰ ਇਹਦਾ ਮਤਲਬ ਸੁਖੀ ਹੋਣਾ ਚਾਹੁੰਦਾ ਹੈ। ਲੇਕਿਨ ਸੁਖੀ ਹੋਣ ਵਾਸਤੇ ਤੈਨੂੰ ਸਤਿਗੁਰ ਦੀ ਮੱਤ ਲੈ ਕੇ ਆਪਣੇ ਭਾਂਡੇ ਵਿੱਚ ਪਾਣੀ ਪਏਗੀ। ਇੱਕ ਵਸਤੂ ਬੂਝੈ ਤਾਂ ਹੋਵੇਂ ਪਾਕ, ਬਿਨ ਬੂਝੈ ਸਦਾ ਨਾ ਪਾਕ।
तू हमेशा अपवित्र ही रहेगा। मन मैले सब कुछ मैला, तन धोता है मन अच्छा ना होए, और तू बाहर से रटन करता रहता है, मेडिटेशन करता रहता है, माला फेरता रहता है, काहे को कीजै ध्यान जपन्ना जब ते शुद्ध ना ही मन अपना। अच्छा गुरु पातशाह मैं मेहनत मन शुद्ध करन वाले पासे पाया करा। यस, ਜਦੋਂ ਮਨ ਸ਼ੁੱਧ ਹੋ ਜਾਂਦਾ ਹੈ ਕੂੜ ਦੀ ਪਾਲ ਟੁੱਟ ਜਾਂਦੀ ਹੈ। ਸ਼ੁੱਧ ਮਨ ਸਤਿਗੁਰ ਦੀ ਫੈਕਟਰੀ ਅੰਦਰ, ਸਤਿਗੁਰ ਦੀ ਚਟਸਾਲ ਅੰਦਰ, ਸਤਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਔਰ ਇੱਥੇ ਸਿੱਖ ਕੇ ਉਹਦੀ ਸਾਰੇ ਅੰਗਾਂ ਦੀ ਘਾੜਤ ਹੋ ਜਾਂਦੀ ਹੈ। ਅੰਗਾਂ ਦਾ ਚੌਧਰੀ ਹੈ ਮਨ, ਮਨ ਦੀ ਘਾੜਤ ਹੋ ਜਾਂਦੀ ਹੈ। ਮਨ ਮੇਨ ਇੰਦਰੀ ਹੈ, ਮਨ ਨੂੰ ਗੁਰਬਾਣੀ ਅੰਦਰ ਇੰਦਰੀ ਕਹਿੰਦੇ ਨੇ। ਮੇਨ ਮਨ ਇੰਦਰੀ ਫਿਕਸਅਪ ਹੋ ਜਾਏ, ਸਾਰੀਆਂ ਇੰਦਰੀਆਂ ਫਿਕਸਅਪ ਹੋ ਜਾਂਦੀਆਂ, ਸਾਰੇ ਇੰਦਰੀ ਗਿਆਨ ਇੰਦਰੀ, ਸਾਰਾ ਜਗ, ਸਾਰੀ ਸ੍ਰਿਸ਼ਟੀ ਫਿਕਸਅਪ ਹੋ ਜਾਂਦੀ ਹੈ। ਬਿਕੋਜ਼ ਮਨ ਇਜ਼ ਥਿੰਕਿੰਗ ਕੂੜ ਰਹਿਤ, ਮੈਲ ਰਹਿਤ। ਉਹਨੂੰ ਕਹਿੰਦੇ ਨੇ ਖਰਾ ਖਰਾ ਆਖੇ ਸਭ ਕੋਏ, ਖਰਾ ਖਰਾ ਆਖੇ ਸਭ ਕੋਏ, ਨਾਨਕ ਜੇ ਵਿੱਚ ਰੁਪਾ ਹੋਏ, ਨਾਨਕ ਜੇ ਵਿੱਚ ਰੁਪਾ ਹੋਏ, ਖਰਾ ਖਰਾ ਆਖੇ ਸਭ ਕੋਏ, ਖਰਾ ਖਰਾ ਆਖੇ ਸਭ ਕੋਏ। ਅੰਦਰੋਂ ਖਿਆਲ ਹੀ ਖਰੇ ਆਉਂਦੇ ਨੇ। ਕਦੋਂ? ਜਦੋਂ ਕੂੜ ਖਤਮ ਕਰ ਦਿੱਤੀ। ਨਥਿੰਗ ਟੂ ਸਪਰੈਸ ਐਟ ਆਲ। ਭੈੜਾ ਖਿਆਲ ਆਂਦਾ ਨਹੀਂ, ਭੈੜੇ ਖਿਆਲ ਨੂੰ ਸਪਰੈਸ ਕਰਨਾ ਨਹੀਂ ਪੈਂਦਾ, ਖਿਆਲਾਂ ਦੇ ਨਾਲ ਸੁਭਾਅ ਬਣਦੇ ਨੇ। ਭੈੜਾ ਐਟੀਟਿਊਡ, ਨੈਗੇਟਿਵ ਐਟੀਟਿਊਡ, ਸੁਭਾਅ ਖਤਮ ਹੋ ਜਾਂਦਾ ਹੈ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖਿਓ। ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵੈ ਚੜ੍ਹੈ ਸਵਾਇਆ, ਵਡਿਆਈ ਵੱਡਾ ਪਾਇਆ। ਵੱਡੇ ਗੁਣਾਂ ਨਾਲ, ਰੱਬ ਦੇ ਗੁਣਾਂ ਨਾਲ ਜੀਵੇ, ਔਰ ਰੱਬ ਨਾਲ ਇਕਮਿਕ ਹੋ ਗਏ, ਵੱਡਾ ਪਾਇਆ। ਇਸ ਗੱਲ ਨੂੰ ਸਮਝਦਿਆਂ ਅਸੀਂ ਪੂਰੇ ਜਪਜੀ ਸਾਹਿਬ ਵਿੱਚ ਸਮਝਿਆ ਕਿ ਕੂੜ ਨੂੰ ਕਿਵੇਂ ਉਤਾਰੀਦਾ, ਕੂੜ ਕਿਹਨੂੰ ਕਿਹਨੂੰ ਕਹਿੰਦੇ ਨੇ। ਸਾਰੀਆਂ ਪੌੜੀਆਂ 'ਚ ਯਾਤਰਾ ਕਰਾ ਕੇ ਕੁੜਿਆਰ ਤੋਂ ਸਚਿਆਰ ਬਣਨ ਵਾਲੇ ਮਨ ਨੂੰ ਪੂਰਨ ਤੌਰ 'ਤੇ ਵਿਰਲਾ ਬਣਾ ਦਿੱਤਾ। ਜਦੋਂ ਉਹ ਵਿਰਲਾ ਬਣ ਗਿਆ, ਉਹਦੀ ਵਿਰਲਿਆਂ ਵਾਲੀ ਘਾੜਤ ਹੋ ਗਈ। ਫਿਰ ਅਸੀਂ ਇਸ ਗੱਲ ਨੂੰ ਦੁਹਰਾਵਾਂਗੇ। ਅਸੀਂ ਸਮਝਦੇ ਸਾਂ ਕਰੋੜਾਂ ਪਿੱਛੇ ਕੋਈ ਇੱਕ ਵਿਰਲਾ ਹੁੰਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਕੋਈ ਵਿਰਲਾ ਬਣ ਸਕਦਾ ਹੈ, ਸਭਨਾ ਸੌਰੈ ਵੰਜਣਾ, ਸਭ ਮੁਕਲਾਵਣ ਹਾਰ। ਤਾਂ ਜੇ ਸ਼ਬਦ ਆ ਜਾਏਗਾ ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੈ, ਤਾਂ ਉਹਦਾ ਮਤਲਬ ਇਹੀ ਹੋਏਗਾ ਹੂਸੋ ਐਵਰ ਸਤਿਗੁਰ ਦੀ ਮੱਤ ਲਏਗਾ, ਉਹ ਵਿਰਲਾ ਬਣ ਜਾਂਦਾ ਹੈ। ਜਦੋਂ ਉਹ ਵਿਰਲਾ ਬਣਦਾ, ਉਹਦੀ ਨਿਸ਼ਾਨੀ ਕੀ ਹੁੰਦੀ ਹੈ? ਬਾਣੀ ਵਿਰਲੋ ਵਿਚਾਰ ਸੀ। ਜੇ ਕੋ ਗੁਰਮੁਖ ਹੋਏ, ਜਦੋਂ ਵੀ ਗੁਰੂ ਦੇ ਮੁਖ ਤੋਂ ਨਿਕਲੀ ਗੱਲ, ਤੇ ਕੋਈ ਵੀ ਪ੍ਰੈਕਟਿਸ ਕਰੇਗਾ ਸ਼੍ਰਮ ਖੰਡ 'ਚ ਜਾ ਕੇ, ਉਹ ਵਿਰਲਾ ਬਣ ਹੀ ਜਾਂਦਾ ਹੈ। ਜਦੋਂ ਵਿਰਲਾ ਬਣਿਆ, ਉਹਦੇ ਅੰਗ ਸਾਰੇ ਘੜੇ ਗਏ। ਉਹਦੇ ਸਾਰੇ ਕੀ ਬਣ ਗਏ? ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਵਾਲੇ ਬਣ ਗਏ। ਉਹਦੇ ਅੰਗ ਬਣ ਜਾਂਦੇ ਨੇ, ਜਿਸ ਨੂੰ ਦੁਰਲਭ ਦੇ ਕਹਿੰਦੇ ਨੇ। ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਨਾਨਕ ਹੁਕਮ ਪਛਾਣ ਕੇ ਇਉਂ ਖਸਮੈ ਮਿਲਣਾ। ਦੁਰਲਭ ਦੇ ਬਣਾ ਲੈ, ਸੱਚ ਦਾ ਵੇਸ ਧਾਰਨ ਕਰ ਲੈ, ਤੇਰੀ ਰੱਬ ਜੀ ਨਾਲ ਜੀਂਦੇ ਜੀ ਮਿਲਾਪ। ਕਿੱਥੇ ਕੋਈ ਵਿਚੋਲਾ ਲੋੜ ਨਹੀਂ ਪਿਆ, ਕੋਈ ਤੀਰਥ 'ਤੇ ਨਹੀਂ ਜਾਣਾ ਪਿਆ, ਕੋਈ ਜਪ ਤਪ ਨਹੀਂ ਕਰਨੇ ਪਏ, ਕੋਈ ਕਰਮ ਕਾਂਡ ਨਹੀਂ ਕਰਨੇ ਪਏ, ਕੋਈ ਵਰਤ ਨਹੀਂ ਰੱਖਣੇ ਪਏ, ਕੋਈ ਵੀ ਪਾਖੰਡ ਨਹੀਂ ਕਰਨਾ ਪਿਆ। ਪਹਿਲੀ ਪੌੜੀ 'ਚ ਇਹੀ ਤਾਂ ਸਮਝਾਇਆ ਸੀ, ਸੋਚੈ ਸੋਚ
ना हो बई, जे सोची लख वार, चुपै चुप ना हो बई, जे लाए रहा लिवतार, भुखिया भुख ना उतरी, जे बन्ना पुरियां पार। ਅਤੇ ਐਸੇ ਕਿਤਨੇ ਅਨੇਕਾਂ ਕਰਮਾਂ ਕਾਂਡਾਂ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਸਾਰੀ ਕੂੜ ਉਤਰ ਗਈ। ਸਾਰੇ ਕਰਮ ਕਾਂਡ ਪਾਖੰਡ ਛੁੱਟ ਗਏ। ਨਵਾਂ ਦੁਰਲਭ ਦੇ ਦਾ ਤਨ ਘੜਿਆ ਗਿਆ। ਸਾਧ ਸੰਗਤ ਜੀ, ਜਦੋਂ ਅਸੀਂ ਬਿਨਾਂ ਅੱਖਾਂ ਤੋਂ ਵੀ ਦੇਖ ਸਕਦੇ ਹਾਂ, ਬਿਨਾਂ ਬੋਲਿਆਂ ਪਿਆਰ ਦੀ ਬੋਲੀ ਸਮਝ ਜਾਂਦੇ ਹਾਂ। ਸਾਡੇ ਘਰ ਵਿੱਚ ਸਾਡੀ ਮਾਂ ਹੁੰਦੀ ਹੈ, ਮਹਿਮਾਨ ਆਉਂਦਾ ਹੈ, ਮਾਂ ਸਿਰਫ ਇਸ਼ਾਰਾ ਕਰਦੀ ਹੈ, ਸਾਨੂੰ ਸਮਝ ਪੈ ਜਾਂਦੀ ਹੈ ਮਾਂ ਕਹਿ ਰਹੀ ਹੈ ਘਰ ਦੁੱਧ ਨਹੀਂ ਹੈ, ਦੁੱਧ ਲੈ ਆ। ਮਾਂ ਕਹਿ ਰਹੀ ਹੈ ਘਰ ਅੰਦਰ ਬਿਸਕੁਟ ਨਹੀਂ ਹੈ, ਬਿਸਕੁਟ ਲੈ ਆ। ਮਾਂ ਇਸ਼ਾਰਾ ਕਰ ਰਹੀ ਹੈ ਮੈਂ ਇਹਨਾਂ ਨਾਲ ਬੈਠੀ ਹਾਂ, ਜਾਂ ਅੰਦਰ ਚਾਹ ਰੱਖ ਦੇ। ਇਹ ਸਭ ਕੁਛ ਹੁੰਦਾ। ਮਾਂ ਦੀ ਬੋਡੀ ਲੈਂਗੁਏਜ, ਮਾਂ ਮਹਿਮਾਨ ਸਾਹਮਣੇ ਕੁਛ ਵੀ ਨਹੀਂ ਕਹਿ ਰਹੀ। ਕੈਸਾ ਵਿਸਮਾਦਤ ਲਿੰਕ ਹੈ। ਇਹ ਕਿਹੜੇ ਅੰਗ ਨੇ? ਅੱਖੀ ਬਾਝੋਂ ਵੇਖਣ ਵਾਲੇ ਅੰਗ ਨੇ, ਪੈਰਾਂ ਬਾਝੋਂ ਚੱਲਣ ਵਾਲੇ ਅੰਗ ਨੇ। ਇਹ ਸਾਰੇ ਅੰਗ ਅੰਦਰ ਦੀ, ਔਰ ਰੱਬ ਜੀ ਦੀਆਂ ਵੀ ਗੱਲਾਂ ਇੰਜ ਹੀ ਨੇ, ਇਸ਼ਾਰੇ ਨਾਲ ਹੀ। ਇਸ਼ਾਰਾ ਵੀ ਨਹੀਂ ਕੀਤਾ, ਸਿਰਫ ਇੰਟੈਂਸ਼ਨਸ ਨੂੰ ਹੀ ਸਮਝ ਲਿਆ, ਉਹਨੂੰ ਭਾਵਨਾ ਕਹਿੰਦੇ ਨੇ। ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ। ਇਹ ਮੇਰੀ ਸ਼ਰਧਾ ਹੈ, ਮੈਂ ਕੁੜਿਆਰ ਤੋਂ ਸਚਿਆਰ ਬਣਨਾ ਚਾਹੁੰਦਾ ਹਾਂ। ਔਰ ਉਸ ਨੂੰ ਪੂਰਾ ਗੁਰੂ ਪਾਤਸ਼ਾਹ ਨੇ ਜਪਜੀ ਸਾਹਿਬ ਦੀ ਜਦੋਂ ਅਸੀਂ ਲੜੀਵਾਰ ਵਿਚਾਰ ਕੀਤੀ ਤਾਂ ਪਤਾ ਲੱਗਾ ਉਸ ਨੂੰ ਕੁੜਿਆਰ ਤੋਂ ਸਚਿਆਰ ਬਣਾ ਦਿੱਤਾ। ਜੋ ਵਿਰਲਾ ਬਣਨਾ ਚਾਹੁੰਦਾ ਸੀ, ਸਾਡੀ ਪੁਸਤਕ ਸਚਿਆਰਾ ਕਿਵੇਂ ਬਣਨੀ ਹੈ, ਅਸੀਂ ਉਹਦਾ ਨਾਂ ਰੱਖਿਆ ਵਿਰਲਾ ਮਨ ਕੋਏ, ਵਿਰਲਾ ਬਣਨ ਵਾਲੇ ਦੀ ਜਾਚਨਾ ਵਾਲਾ ਮਨ। ਔਰ ਪੂਰੀ ਕੂੜ ਉਤਾਰ ਕੇ 38 ਪੌੜੀਆਂ ਵਿੱਚ ਉਸ ਨੂੰ ਵਿਰਲਾ ਬਣਾ ਦਿੱਤਾ। ਜਦੋਂ ਵਿਰਲਾ ਬਣ ਗਿਆ, ਉਹਦੇ ਤਨ ਘੜੇ ਗਏ। ਔਰ ਜਦੋਂ ਤਨ ਘੜੇ ਜਾਂਦੇ ਨੇ, ਆਖਰੀ ਪੌੜੀ ਵਿੱਚ ਆਇਆ, ਜਦੋਂ ਜਤ ਭਾਰਾ ਤੀਰ ਸੁਨਿਆਰ, ਐਰਣ ਮਤ ਵੇਦ ਹਥਿਆਰ, ਭਾਉ ਖਲਾ ਅਗਨ ਤਪਤਾਉ ਭਾਂਡਾ, ਭਾਉ ਅੰਮ੍ਰਿਤ ਢਾਲ, ਤਿੱਥੈ ਘੜੀਐ ਸ਼ਬਦ ਸੱਚੀ ਟਕਸਾਲ। ਜ਼ਬਾਨ ਮਨ ਦੀ ਫਿਕਸਅਪ ਕੀਤੀ, ਔਰ ਮਨ ਨੇ ਇੱਕ ਇੱਕ ਇੰਦਰੇ ਗਿਆਨ ਨੂੰ ਸੱਚ ਸੁਣਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਰੱਬ ਨਾਲ ਇਕਮਿਕ ਹੋ ਗਿਆ। ਸਾਧ ਸੰਗਤ ਜੀ, ਇਹ ਜਿਹੜੇ ਗੁਰੂ ਪਾਤਸ਼ਾਹ ਦੇ ਨਾਂ ਸਾਡੇ ਸਾਹਮਣੇ ਆਉਂਦੇ ਨੇ, ਨਾਨਕ ਪਦ ਉਚਾਰਿਆ ਗਿਆ ਹੈ ਜਦੋਂ ਅਦਵੈਤ ਅਵਸਥਾ ਹੋ ਜਾਂਦੀ ਹੈ। ਜਦੋਂ ਮੇਰਾ ਮਨ ਸਤਿਗੁਰ ਦੀ ਮੱਤ ਲੈਣਾ ਚਾਹੁੰਦਾ ਹੈ, ਉਸ ਨੂੰ ਲਹਿਣਾ ਦੀ ਅਵਸਥਾ ਕਹਿੰਦੇ ਨੇ। ਪ੍ਰਭ ਤੁਮ ਤੇ ਲਹਿਣਾ, ਤੂੰ ਮੇਰਾ ਗਹਿਣਾ। ਲਹਿਣਾ ਦੀ ਅਵਸਥਾ ਵਿੱਚ ਸਤਿਗੁਰ ਦੀ ਮੱਤ ਦਾ ਗਹਿਣਾ ਪਾਉਂਦੇ ਹਾਂ। ਗਹਿਣਾ ਪਾਉਣਾ ਹੁੰਦਾ ਹੈ ਸ਼ਿੰਗਾਰ ਕਰਨਾ। ਸ਼ਿੰਗਾਰ ਕਰਨਾ ਮੀਨਸ ਆਪਣੇ ਚੰਗੇ ਚੰਗੇ ਗੁਣ, ਮੁੰਦਾ ਸੰਤੋਖ, ਸ਼ਰਮਪਤ ਝੋਲੀ, ਧਿਆਨ ਕੀ ਕਰੇਬੂਤ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਇਸ ਤਰੀਕੇ ਦੇ ਨਾਲ ਸੰਤੋਖ ਦੀਆਂ ਮੁੰਦਰਾਂ ਪਾਉਣਾ, ਇਹ ਸਾਰਾ ਜਿਹੜਾ ਸ਼ਿੰਗਾਰ ਕੀਤਾ ਜਾਂਦਾ ਹੈ, ਇਸ ਸ਼ਿੰਗਾਰ ਨੂੰ ਕਰਕੇ ਉਹ ਸਦੀਵੀ ਰੱਬੀ ਮਿਲਣ ਦਾ ਵੇਸ ਧਾਰਨ ਕਰ ਲੈਂਦਾ ਹੈ। ਮਨ ਜਦੋਂ ਬੋਲੀ ਬੋਲਦਾ ਹੈ, ਬੋਲੀ ਬੋਲਣ ਤੋਂ ਪਹਿਲਾਂ ਇਸਨੇ ਆਪਣੇ ਆਪ ਨੂੰ ਸਰੈਂਡਰ ਕੀਤਾ। ਪ੍ਰਭ ਤੁਮ ਤੇ ਲਹਿਣਾ, ਤੂੰ ਮੇਰਾ ਗਹਿਣਾ। ਉਹ ਗਹਿਣਾ ਆਪਣੇ ਅੰਗਾਂ 'ਤੇ ਪਾਉਂਦਾ ਹੈ, ਅੰਦਰ ਦੇ ਅੰਗਾਂ 'ਤੇ ਇਨਰ ਬਿਊਟੀ ਜਿਹਨੂੰ ਕਹਿੰਦੇ ਨੇ। ਸਾਡੀ ਸੈਮੀਨਾਰ ਦੀ ਪੂਰੀ ਕੈਸੇਟ ਹੈ ਇਨਰ ਬਿਊਟੀ। ਇਹ ਮਨ ਸੁੰਦਰ ਆਪਣਾ ਕਿਵੇਂ ਬਣਾਈਦਾ ਹੈ। ਸਭਨਾਂ ਨਾਲ ਬਣ ਆਵੇ ਨਾ ਕੋ ਬੈਰੀ ਨਹੀਂ ਬਿਗਾਨਾ ਦੀ ਅਵਸਥਾ ਦੇ ਕਿਹੜੇ ਕਿਹੜੇ ਚਿੰਨ੍ਹ ਹੁੰਦੇ ਨੇ, ਕਿਹੜੇ ਕਿਹੜੇ ਨੁਕਤੇ ਹੁੰਦੇ ਨੇ। ਅੱਜ ਤੇ ਬੁੱਕਸ ਬਣਦੀਆਂ ਨੇ 7 ਬੁਲੇਟ ਪੁਆਇੰਟਸ ਟੂ ਡਿਵੈਲਪ ਯੂਅਰ ਪਰਸਨੈਲਿਟੀ, ਹਾਊ ਟੂ ਕਨਵਿੰਸ ਦਾ ਪੀਪਲ, ਹਾਊ ਟੂ ਬੀ ਏ ਲੀਡਰ। ਇਸ ਤਰੀਕੇ ਦੀਆਂ ਬੜੀਆਂ ਕੈਚੀ ਬੁੱਕਸ ਬਣਦੀਆਂ। ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਅੰਦਰ ਦਾ ਸ਼ਿੰਗਾਰ ਕਰਨਾ ਸਿੱਖ ਲੈਣਾ, ਯੂ ਆਰ ਬੈਸਟ, ਤੇਰਾ ਜੀਵਨ ਬਣ ਜਾਏਗਾ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨਿਆਈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਇ ਪਾਈ। ਇਹ ਤੇਰੀ ਅਵਸਥਾ ਬਣ ਜਾਏਗੀ ਜਦੋਂ ਸ਼ਿੰਗਾਰ ਕਰਦਾ ਨਾ। ਉਹ ਸ਼ਿੰਗਾਰ ਦਾ ਅਰਥ ਹੁੰਦਾ ਹੈ ਅੰਗਦ।
ਜਦੋਂ ਸ਼ਿੰਗਾਰ ਦੀ ਅਵਸਥਾ ਕਰਦਾ ਹੈ, ਇਹ ਸਦੀਵੀ ਚੋਲਾ ਉਹ ਪਾਉਂਦਾ, ਜੁਗ ਜੁਗ ਏਕੋ ਵੇਸ ਪਾਉਂਦਾ ਹੈ। ਅਸੀਂ ਪੜ੍ਹ ਚੁੱਕੇ ਹਾਂ ਆਦੇਸ਼ ਤੀਸਰੇ ਆਦੇਸ਼ ਵਿੱਚ, ਜੁਗ ਜੁਗ ਏਕੋ ਵੇਸ ਪਾਉਣ ਵਾਲਾ ਸਦੀਵੀ ਚੋਲਾ ਅਮਰਦਾਸ ਕਹਿਲਾਂਦਾ ਹੈ। ਔਰ ਉਹ ਕਿਸ ਤਰ੍ਹਾਂ ਪੜ੍ਹਦਾ ਹੈ? ਉਹ ਰਾਮਦਾਸ ਸੱਚ ਦੀ ਸੰਗਤ ਕਰਦਾ ਹੈ। ਰਾਮਦਾਸ ਸਰੋਵਰ ਨਹਾਤੇ ਦਾ ਮਤਲਬ ਕੀ ਹੁੰਦਾ ਹੈ? ਰਾਮ ਦੇ ਦਾਸਾਂ ਦੇ ਸੱਚ ਦੇ ਸਰੋਵਰ ਵਿੱਚ ਨਹਾਉਂਦਾ ਰਹਿੰਦਾ ਹੈ, ਸਤ ਸੰਗਤ ਵਿੱਚ ਨਹਾਉਂਦਾ ਹੈ, ਸੱਚ ਦੀ ਸੰਗਤ ਲੈ ਕੇ ਅਵਗੁਣਾਂ ਨੂੰ ਧੋਂਦਾ ਹੈ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹੀਰੇ। ਤੇ ਤੂੰ ਤੀਰਥ ਪੁੱਛਦਾ ਤੇ ਗੁਰ ਸਮਾਨ ਤੀਰਥ ਨਹੀਂ ਕੋਈ। ਗੁਰ ਦਰਿਆਓ ਹੈ, ਗੁਰ ਤੀਰਥ ਹੈ, ਗੁਰ ਸਾਗਰ ਰਤਨੀ ਭਰਪੂਰ ਹੈ, ਇਹਦੇ ਵਿੱਚ ਨਹਾਇਆ ਕਰ। ਉਹਨੂੰ ਰਾਮਦਾਸ ਸਰੋਵਰ ਨਹਾਤੇ ਕਹਿੰਦੇ ਨੇ। ਸਭ ਉਤਰੇ ਪਾਪ ਕਮਾਤੇ, ਪੂਰੀ ਕੂੜ ਉਤਰ ਜਾਂਦੀ ਹੈ, ਮੰਦੇ ਖਿਆਲ ਸਾਰੇ ਉਤਰ ਜਾਂਦੇ ਨੇ। ਔਰ ਜਦੋਂ ਮੰਦੇ ਖਿਆਲ ਮਨ ਉੱਤੋਂ ਸਾਰੇ ਉਤਰ ਜਾਣ, ਮਨ ਭੱਟ ਬਣ ਜਾਂਦਾ ਹੈ ਔਰ ਭੱਟ ਬਣ ਕੇ ਬਾਣੀ ਉਚਾਰਦਾ ਹੈ। ਇਸ ਅਵਸਥਾ ਨੂੰ ਅਰਜਨ ਕਹਿੰਦੇ ਨੇ। ਪੰਚਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਸਾਡੇ ਸਾਹਮਣੇ ਤਿਆਰ ਕੀਤਾ ਹੈ। ਇਹ ਸਾਰੇ ਨਾਂ ਸਾਰੀ ਦੁਨੀਆ ਵਿੱਚ ਅਸੀਂ ਨਾਂ ਰੱਖਦੇ ਹਾਂ ਜੰਮਣ ਸਾਰ ਬੱਚੇ ਦਾ। ਨਾਂ ਰੱਖਦੇ ਹਾਂ ਧਨੀ ਰਾਮ, ਵੱਡਾ ਹੋ ਕੇ ਗਰੀਬ ਨਿਕਲਦਾ ਹੈ। ਨਾਂ ਰੱਖਦੇ ਹਾਂ ਸ਼ਰੀਫ ਦਾਸ, ਵੱਡਾ ਹੋ ਕੇ ਬਦਮਾਸ਼ ਨਿਕਲਦਾ ਹੈ। ਇਹ ਜਿਤਨੇ ਗੁਰੂ ਪਾਤਸ਼ਾਹ ਦੇ ਨਾਂ ਰੱਖੇ ਗਏ ਨੇ, ਉਹਨਾਂ ਦਾ ਜੀਵਨ, ਉਹਨਾਂ ਦੀ ਪ੍ਰੈਕਟੀਕਲ ਲਿਵਿੰਗ ਮੁਤਾਬਕ ਨੇ ਸਾਰੇ। ਕਬੀਰ ਸਾਹਿਬ ਸਭ ਤੋਂ ਵੱਡੀ ਗੱਲ ਕਰਦੇ ਨੇ। ਦਰਅਸਲ ਕਬੀਰ ਪਹਿਲਾਂ ਨਾਂ ਪਿਆ ਜਾਂ ਨਹੀਂ ਪਿਆ ਇਤਿਹਾਸ ਜਾਣਦਾ ਹੈ, ਲੇਕਿਨ ਕਬੀਰ ਤੂੰ ਹੀ ਕਬੀਰਾ ਤੂੰ ਹੀ, ਤੇਰਾ ਨਾਮ ਕਬੀਰ। ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜਾ ਸ਼ਰੀਰ। ਕਬੀਰ ਸਾਹਿਬ ਇਸ ਸਰੀਰਕ ਮੋਹ ਤੋਂ ਉੱਪਰ ਉੱਠ ਗਏ ਸੀ ਔਰ ਸੱਚ ਦੀ ਵਿਚਾਰ ਕਰਦੇ ਸਨ, ਇਸ ਕਰਕੇ ਨਾਂ ਪੈ ਗਿਆ ਕਬੀਰ। ਇਹ ਸਾਰੇ ਜਿਤਨੇ ਲਫ਼ਜ਼ ਨੇ, ਇਹ ਲਫ਼ਜ਼ ਉਹਨਾਂ ਦੇ ਲੇਬਲਸ ਨੇ। ਅਰਜਨ ਪਦ ਤਾਂ ਬਣਦਾ ਹੈ ਜਦੋਂ ਬਾਣੀ ਉਚਾਰਦੇ ਨੇ। ਔਰ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਚਿੰਤ ਵੀ ਇੱਕ ਕੂੜ ਹੈ, ਡਰ ਵੀ ਇੱਕ ਕੂੜ ਹੈ, ਵਰੀ ਤੌਖਲਾ ਖਟਕਾ ਵੀ ਇੱਕ। ਗੁਰੂ ਪਾਤਸ਼ਾਹ ਕਹਿੰਦੇ ਸਹਿਸਾ ਨਾ ਇਹ ਮੂਲ, ਸਰ ਪਰ ਤਾਰ ਸੀ, ਸਭ ਕੁਝ ਖਤਮ। ਸ਼ੋਰ ਸ਼ਾਟ ਤਾਰ ਦਿੰਦੇ ਨੇ। ਮਨ ਨੂੰ ਇਹ ਗੱਲ ਸਮਝ ਆਈ, ਜਿਨ ਕੋ ਨਦਰ ਕਰਮ ਤਿਨਕਾਰ। ਜੋ ਸਤਿਗੁਰ ਦੀ ਮੱਤ ਲੈਂਦੇ ਨੇ, ਨਦਰ ਲੈਂਦੇ ਨੇ, ਜੋ ਆਪਣੀ ਮੱਤ ਨੂੰ ਅਕੋਰਡਿੰਗ ਟੂ ਨਦਰ ਬਣਾਉਂਦੇ ਨੇ, ਜਿਨ ਕੋ ਨਦਰ ਕਰਮ ਤਿਨਕਾਰ। ਕਾਰ ਮਤਲਬ ਉਹ those who know and have insight, ਕਰਮ ਤਿਨਕਾਰ, then they know how to ਕਮਾਓ that car। ਜੇ ਮੈਨੂੰ ਮਾਰਗ ਹੀ ਨਹੀਂ ਪਤਾ, ਮੈਂ ਟੁਰਾਂਗਾ ਕਿਵੇਂ? ਅਸੀਂ ਆਪਣੇ ਆਪ ਨੂੰ ਮਾਰਗ ਭੁਲਾਉਣ ਦਾ ਕਿੰਨਾ ਸੌਖਾ ਰਸਤਾ ਬਣਾਇਆ। ਉਹ ਜੀ ਪੜ੍ਹੀ ਜਾਓ, ਆਪੇ ਗੁਰੂ ਸਾਹਿਬ ਬਖਸ਼ਿਸ਼ ਕਰਨਗੇ। ਵਾਹ ਜੀ ਵਾਹ, 70-90 ਸਾਲ ਪੜ੍ਹੀ ਜਾਓ, ਬਸ ਪੜ੍ਹੀ ਜਾਓ। 101 ਅਖੰਡ ਪਾਠ ਰੱਖ ਲਓ, 5 ਲੱਖ ਕਰ ਲਓ। ਮੈਨੂੰ ਅਮਰੀਕਾ ਤੱਕ ਲੋਕੀ ਆ ਕੇ ਪੁੱਛਦੇ ਨੇ, ਜਿਨ੍ਹਾਂ ਨੂੰ ਨਹੀਂ ਪਤਾ ਕਿ ਅਸੀਂ ਕੀ ਵਿਚਾਰ ਕਰਦੇ ਹਾਂ। ਉਹ ਮੈਨੂੰ ਭੋਲੇ ਪਾ ਕੇ ਪੁੱਛਦੇ ਨੇ, ਕਿਤਨੇ ਪਾਠ ਲਵੋਗੇ? ਭਾਈ ਸਾਹਿਬ ਜੀ ਅਸੀਂ 5 ਲੱਖ ਪਾਠ ਕਰਨੇ, ਕਿੰਨੇ ਲਵੋਗੇ? ਮੈਂ ਕਿਹਾ ਲਵੋਗੇ ਦਵੋਗੇ ਕਿਵੇਂ? ਕਹਿੰਦੇ ਅਸੀਂ ਤਾਂ ਥੋੜ੍ਹੇ ਥੋੜ੍ਹੇ ਵੰਡੇ ਹੋਏ ਨੇ। ਔਰ ਮੈਂ ਇੱਕ ਦੇਸ਼ ਵਿੱਚ ਰਿਹਾ, ਉਹ ਦੇਸ਼ ਵਾਲੇ ਕਿਸੇ ਦੀ ਘਰ ਦੀ ਡੈਥ ਹੋ ਜਾਂਦੀ ਸੀ, ਕੀਰਤਪੁਰ ਸਾਹਿਬ ਫੁੱਲ ਤਾਰਨ ਆਉਂਦੇ ਸਨ ਔਰ ਅਖੰਡ ਪਾਠ ਇੰਡੀਆ ਆ ਕੇ ਰਖਾਉਂਦੇ ਸਨ। ਟਾਈਮ ਥੋੜ੍ਹਾ ਸੀ। ਇੱਕ ਬੀਬੀ ਜੀ ਨੇ ਮੇਰੇ ਸਾਹਮਣੇ ਪੁੱਛਿਆ, ਮੈਂ ਅਖੰਡ ਪਾਠ ਰਖਾਉਣਾ ਹੈ, ਮੈਂ ਕੀਰਤਪੁਰ ਜਾਣਾ ਹੈ। ਉਹਨਾਂ ਕਿਹਾ ਜੀ ਸਾਰੇ ਜਿੰਨੇ ਗੁਰਦੁਆਰੇ ਅੰਦਰ ਗੁਰੂ ਗ੍ਰੰਥ ਸਾਹਿਬ ਨੇ ਬੁੱਕ ਨੇ, ਭਾਈ ਸਾਹਿਬ ਲਿਮਿਟਿਡ ਨੇ, ਤੁਹਾਡਾ ਪਾਠ ਨਹੀਂ ਹੋ ਸਕਦਾ। ਅੱਛਾ ਜੇ ਮੈਂ ਇੰਨੇ ਹਜ਼ਾਰ ਦਿਆਂ, ਅੱਛਾ ਫਿਰ ਸੋਚਾਂਗੇ। ਥਰਡ ਆਇਆ, ਜੇ ਮੈਂ ਇਤਨੇ ਹਜ਼ਾਰ ਦਿਆਂ, ਉਹ ਕਹਿੰਦੇ ਜੀ ਸਾਡੇ ਕੋਲ ਫਿਰ ਕੀਤੇ ਕਰਾਏ ਪਾਠ ਪਏ ਹੋਏ ਨੇ। ਸਤਸੰਗ ਜੀ ਕੀਤੇ ਕਰਾਏ ਪਾਠ ਕਿਹੜੇ ਹੁੰਦੇ ਨੇ? ਆਈ ਡੋਂਟ ਨੋ। ਸਾਰੀ ਉਮਰ ਅਸੀਂ ਇੰਝ ਹੀ ਕਰਦੇ ਰਹਾਂਗੇ। 101, 108, 1008। ਔਰ ਮਾਨਯੋਗ ਸੰਤ ਸਿੰਘ ਜੀ ਮਸਕੀਨ, ਜਿਨ੍ਹਾਂ ਦੀ ਸਾਰਾ ਪੰਥ ਬਹੁਤ ਗੱਲਾਂ ਸੁਣਦਾ ਔਰ ਮੰਨਦਾ ਹੈ। ਮੈਂ ਮਸਕੀਨ ਸਾਹਿਬ ਜੀ ਦੇ ਨਾਲ ਇੱਕ ਜਗ੍ਹਾ ਗਿਆ ਔਰ ਮਸਕੀਨ ਸਾਹਿਬ ਜਿਸ ਜਗ੍ਹਾ ਇਨਵਾਈਟਿਡ ਸਨ, ਮੈਂ ਤਾਂ ਉਹਨਾਂ ਦੇ ਪਿੱਛੇ ਪਿੱਛੇ ਸੀ, ਪਰ ਉਹਨਾਂ ਨੂੰ ਸਤਿਕਾਰ ਮਿਲ ਰਿਹਾ ਸੀ। ਮੈਂ ਨਾਲ ਨਿੱਕਾ ਬੱਚਾ ਬਣ ਕੇ ਚਲਾ ਗਿਆ ਔਰ ਮੈਂ ਦੇਖ ਰਿਹਾ ਸੀ ਯੂ ਸ਼ੇਪ ਵਿੱਚ 108 ਅਖੰਡ ਪਾਠ ਰੱਖੇ ਹੋਏ ਸਨ। ਔਰ ਮਸਕੀਨ ਸਾਹਿਬ ਐਂਟਰ ਕੀਤੇ, ਪ੍ਰਬੰਧਕਾਂ ਨੇ ਉਹਨਾਂ ਨੂੰ ਰਿਸੀਵ ਕੀਤਾ, ਵੈਲਕਮ ਕਰਦੇ ਹੋਏ ਅੰਦਰ ਲੈ ਕੇ ਗਏ। ਔਰ ਮਸਕੀਨ ਸਾਹਿਬ ਦੇਖ ਕੇ ਕਹਿੰਦੇ ਨੇ, ਪ੍ਰਬੰਧਕਾਂ ਨੇ ਕਿਹਾ ਮੱਥਾ ਟੇਕੋ ਨਾ, ਬੈਠੋ ਨਾ। ਕਹਿੰਦੇ ਮੈਂ ਸੋਚ ਰਿਹਾ ਕਿ ਇਹਨੂੰ ਮੱਥਾ ਟੇਕਾਂ। ਪ੍ਰਬੰਧਕਾਂ ਨੇ ਕਿਹਾ ਸਾਰੇ ਗੁਰੂ ਗ੍ਰੰਥ ਸਾਹਿਬ ਨੇ, ਇਹ 108
ਸਾਰੇ ਗੁਰੂ ਗ੍ਰੰਥ ਸਾਹਿਬ ਨੇ? ਹਾਂ ਜੀ। ਜੇ 108 ਸਾਰੇ ਸੇਮ ਇੱਕੋ ਹੀ ਗੁਰੂ ਗ੍ਰੰਥ ਸਾਹਿਬ ਜੀ ਹਨ, 108 ਕਿਉਂ ਰੱਖੇ ਨੇ? ਫਿਰ ਇੱਕ ਹੀ ਰੱਖ ਲੈਣਾ ਸੀ। ਉਸ ਗੱਲ ਵੇਲੇ ਅਸੀਂ ਮਸਕੀਨ ਸਾਹਿਬ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਆ ਕਿ 108 ਸਾਨੂੰ ਨਹੀਂ ਰੱਖਣੇ ਚਾਹੀਦੇ, ਸਾਰੀ ਉਮਰ ਅਸੀਂ ਇੰਝ ਹੀ ਕਰਾਂਗੇ। ਸਾਧ ਸੰਗਤ ਜੀ, ਮੈਂ ਕਿਸੇ ਨੂੰ ਮਨਾ ਕਰਨ ਦੀ ਅਥਾਰਟੀ ਵਿੱਚ ਨਹੀਂ ਆ, ਪੂਰੀ ਨਮਰਤਾ ਨਾਲ ਬੇਨਤੀ ਕਰਦਾ, ਪਾਠ ਕਰਨਾ ਚਾਹੀਦਾ ਹੈ, ਮੈਂ ਮਨਾ ਨਹੀਂ ਕਰ ਸਕਦਾ। ਫਿਰ ਬੇਨਤੀ ਕਰਦਾ ਹਾਂ, ਬਿਨਾਂ ਸਮਝੇ ਕਦੋਂ ਤੱਕ ਕਰਨਾ ਚਾਹੀਦਾ ਹੈ, ਇਹ ਹਰ ਕਿਸੇ ਨੇ ਆਪਣੀ ਵਿਚਾਰ ਕਰਨੀ ਹੈ। ਪਰ ਜੇ ਮਾਰਗ ਸਮਝ ਹੀ ਨਹੀਂ ਆਇਆ ਤਾਂ ਟੁਰ ਨਹੀਂ ਸਕਦੇ ਹਾਂ। ਮੰਨਿਆ ਹੀ ਨਹੀਂ ਹੈ ਤਾਂ ਮੰਨੈ ਮੱਗ ਨਾ ਚੱਲੈ ਪੰਥ ਸਮਝ ਨਹੀਂ ਆਏਗਾ, ਜਮਾ ਦੇ ਪੰਥ ਤੇ ਟੁਰੀ ਜਾਏਗਾ ਫਿਰ ਤੂੰ। ਪਰ ਜੇ ਸੱਚ ਦਾ ਮਾਰਗ ਸੁਣਿਆ ਔਰ ਮੰਨਿਆ ਤਾਂ ਫਿਰ ਜਮ ਦੇ ਮਾਰਗ ਤੇ ਨਹੀਂ ਟੁਰੀਦਾ। ਮੰਨੈ ਮੱਗ ਨਾ ਚੱਲੈ ਪੰਥ। ਜੇ ਸਤਿਗੁਰ ਦੀ ਮੱਤ ਦਾ ਪੰਥ ਸਿੱਖ ਲਵੋ, ਸੁਣ ਲਵੋ, ਸਮਝ ਲਵੋ ਔਰ ਮੰਨ ਲਵੋ ਕਿ ਸਰ ਪਰ ਤਾਰਸੀ ਸ਼ੋਰ ਸਹੀ ਹੈ, ਤਾਂ ਮਨੁੱਖ ਮੰਨੈ ਜਮ ਕੈ ਸਾਥ ਨਾ ਜਾਏ। ਪਰ ਮੈਨੂੰ ਪਤਾ ਹੀ ਨਹੀਂ ਹੈ ਜਮ ਕਾ ਮਾਰਗ ਕੀ ਹੈ। ਮੈਂ ਤੇ ਰੋਜ਼ ਜਮਾਂ ਦੇ ਮਾਰਗ ਤੇ ਟੁਰਦਾ ਹਾਂ ਔਰ ਮੈਂ ਐਸਕੇਪ ਕਰਨ ਦਾ ਢੰਗ ਬਣਾਇਆ ਹੋਇਆ। ਇਹ ਤੇ ਸਤਿਗੁਰ ਪਾਤਸ਼ਾਹ ਜੀ ਦੀ ਬਾਣੀ ਅਗਾਧ ਬੋਧ ਔਰ ਸਤਿਗੁਰ ਜੀ ਜਾਣਨ। ਅੱਛਾ, ਸਤਿਗੁਰ ਜੀ ਨੇ ਆਪਣੇ ਵਾਸਤੇ ਲਿਖੀ ਹੈ ਫਰੀਦਾ ਬੁਰੇ ਦਾ ਭਲਾ ਕਰ। ਸਤਿਗੁਰ ਜੀ ਨੇ ਆਪਣੇ ਆਪ ਨੂੰ ਕਿਹਾ, ਮਨ ਮੇਰੇ ਸਤਿਗੁਰ ਕੇ ਭਾਣੇ ਚੱਲ। ਸਾਰੀ ਬਾਣੀ ਮੈਨੂੰ ਜੀਵਨ ਜਾਚ ਸਿਖਾਉਂਦੀ ਹੈ, ਬਸ਼ਰਤੇ ਕਿ ਮੈਂ ਉਸ ਮਾਰਗ ਨੂੰ ਸਿੱਖਣਾ, ਸੁਣਨਾ, ਸਮਝਣਾ ਚਾਹੁੰਦਾ ਹਾਂ। ਕਿ ਮੈਂ ਇਹੀ ਸਿੱਖਿਆ, ਆਣਾ ਮੱਥਾ ਟੇਕਣਾ, ਮੱਥਾ ਟੇਕ ਕੇ ਪਰਿਕਰਮਾ ਕਰਨੀ ਹੈ, ਪਿੱਛੋਂ ਫੁੱਲ ਰੱਖਣੇ ਨੇ, ਚੌਰ ਕਰਨੀ ਹੈ। ਸਾਰੀ ਸੰਗਤ ਨੇ ਦੇਖ ਲਿਆ, ਮੈਂ 8 ਜਗ੍ਹਾ ਮੱਥਾ ਟੇਕ ਲਿਆ, ਦੇਖ ਲਿਆ ਮੈਂ ਬੜਾ ਗੁਰਸਿੱਖ ਆਇਆ ਹਾਂ ਔਰ ਪਰਿਕਰਮਾ ਕਰਕੇ ਮੈਂ ਚਲਾ ਜਾਂਦਾ ਹਾਂ। ਗੁਰੂ ਦੀ ਕੋਈ ਗੱਲ ਨਹੀਂ ਸੁਣਦਾ ਹਾਂ। ਗੁਰੂ ਪਾਤਸ਼ਾਹ ਕਹਿੰਦੇ ਨੇ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੈ ਵਿਚਾਰ। ਇਹ ਮੇਰੇ ਅੱਖਰ ਨਹੀਂ ਹਨ। ਜਿਸ ਬਾਣੀ ਨੂੰ ਮੈਂ ਵੀ ਮੱਥਾ ਟੇਕਦਾ, ਤੁਸੀਂ ਵੀ ਟੇਕ ਦਿਓ, ਇਹ ਉਹ ਬਾਣੀ ਦਾ ਫਰਮਾਨ ਹੈ। ਜਿਚਰ ਸ਼ਬਦ ਨਾ ਕਰੇ ਵਿਚਾਰ। ਔਰ ਮੇਰਾ ਬੱਚਾ ਜਾਂ ਮੈਂ ਆਪ ਜਿਸ ਸਕੂਲ ਜਾਵਾਂ, ਸਕੂਲ ਦੀ ਟੇਬਲ, ਸਕੂਲ ਦੇ ਟੀਚਰ ਦੇ ਪਿੱਛੋਂ ਘੁੰਮ ਕੇ ਰੋਜ਼ ਘਰ ਚਲਾ ਜਾਵਾਂ, ਪੜ੍ਹਾਈ ਮੈਨੂੰ ਨਹੀਂ ਆਏਗੀ। ਸਾਨੂੰ ਕਿਸ ਨੇ ਸਿਖਾਇਆ? ਆਓ ਘੁੰਮ ਕੇ ਚਲੇ ਜਾਓ। ਦੁਨਿਆਵੀ ਪੜ੍ਹਾਈ ਨਹੀਂ ਆਉਂਦੀ ਟੇਬਲ ਦੇ ਪਿੱਛੋਂ ਘੁੰਮ ਕੇ ਜਾਣ ਨਾਲ। ਸਿਰਫ ਪਰਿਕਰਮਾ ਕਰਨ ਦੇ ਨਾਲ ਮੈਨੂੰ ਸਤਿਗੁਰ ਦੀ ਮੱਤ ਕਿੱਥੋਂ ਆਏਗੀ? ਸਤਿਗੁਰ ਦੀ ਮੱਤ ਸੁਣਨ ਨਾਲ ਆਉਂਦੀ ਹੈ। ਗੁਰ ਕੀ ਮੱਤ ਤੂੰ ਲੈ ਇਆਣੇ, ਭਗਤ ਬਿਨਾ ਬੋ ਡੂਬੇ ਸਿਆਣੇ। ਇੱਕ ਸੱਜਣ ਨੇ ਕੱਲ ਮੈਨੂੰ ਕਿਹਾ, ਤੁਸੀਂ ਪਤਾ ਨਹੀਂ ਕਿਹੜੇ ਅਰਥ ਕਰਦੇ ਹੋ, ਗਲਤ ਕੀਤੇ ਨੇ ਸਾਰੇ। ਮੈਂ ਬੇਨਤੀ ਕਰਨਾ ਚਾਹੁੰਦਾ, ਮੈਂ ਅਰਥ ਆਪਣੀ ਮਨ ਮਰਜ਼ੀ ਨਾਲ ਨਹੀਂ ਕਰਦਾ। ਸਾਡੀ ਲਿਵਿੰਗ ਟ੍ਰੈਜਰੀ 'ਚ ਅਸੀਂ ਸਾਰੇ ਬੈਠਦੇ ਹਾਂ, ਵਿਚਾਰ ਸਾਂਝ ਕਰਦੇ ਹਾਂ ਅਤੇ ਜੋ ਬਾਣੀ 'ਚੋਂ ਬਾਣੀ ਦੇ ਅਰਥ ਨਿਕਲਦੇ ਨੇ ਅਸੀਂ ਉਹ ਕਰਦੇ ਹਾਂ। ਉਸ ਦੇ ਨਾਲ ਪੁਰਾਣੇ ਅਰਥ ਬਦਲ ਜਾਣ, ਮੈਂ ਉਸ ਵਾਸਤੇ ਖਿਮਤ ਜਾਚਕਾਂ। ਜਿਵੇਂ ਅਸੀਂ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ ਦੇ ਅਰਥ ਕੀਤੇ ਸੰਸਾਂਝ, ਕਿ ਜੇ ਦੇ ਅਰਥ ਪੁਰਾਣੇ ਕੀਤੇ ਜਾਣ, ਬੰਦਾ ਮਰ ਜਾਏ ਬੰਦਾ ਕੰਮ ਨਹੀਂ ਆਉਂਦਾ, ਪਸ਼ੂ ਮਰ ਜਾਏ ਪਸ਼ੂ ਕੰਮ ਆਉਂਦਾ। ਸ਼ਬਦ ਦਾ ਰਹਾਉ ਦੇਖਿਆ, ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ, ਮੈਂ ਕਿਆ ਜਾਨੋ ਬਾਬਾ ਰੇ, ਇਹ ਰਹਾਉ ਹੈ। ਮੇਰੀ ਗੱਲ ਚੱਲ ਰਹੀ ਹੈ ਤਾਂ ਇਹਦਾ ਮਤਲਬ ਇਹ ਹੋਇਆ, ਜਦੋਂ ਮੇਰੇ ਅੰਦਰੋਂ ਨਰੂ ਮਰ ਜਾਏ, ਨਰੂ ਮਰੈ ਨਰ ਕਾਮ ਨਾ ਆਵੇ। ਹੁਣ ਜੇ ਅਰਥ ਬਦਲ ਗਏ, ਮੇਰੀ ਮਰਜ਼ੀ ਦੇ ਨਹੀਂ ਨੇ, ਕੋਈ ਗਲਤ ਕਹਿ ਸਕਦਾ ਹੈ। ਸਾਧ ਸੰਗਤ ਜੀ, ਅਸੀਂ ਕਲੇਮ ਵੀ ਨਹੀਂ ਕਰਦੇ ਸਾਡੇ ਅਰਥ ਸਹੀ ਹਨ, ਅਸੀਂ ਕਲੇਮ ਕਰ ਵੀ ਨਹੀਂ ਸਕਦੇ ਹਾਂ। ਅਸੀਂ ਨਮਰਤਾ ਨਾਲ ਇਹ ਕਹਿੰਦੇ ਹਾਂ ਕਿਸੇ ਦੇ ਅਰਥ ਗਲਤ ਨਹੀਂ ਹਨ, ਪਰ ਅਸੀਂ ਸਾਂਝ ਕਰ ਰਹੇ ਹਾਂ ਇਹਨਾਂ ਨੂੰ। ਪ੍ਰੈਕਟੀਕਲ ਲਿਵਿੰਗ ਵਾਸਤੇ ਮੈਨੂੰ ਇਹ ਸਮਝ ਆਇਆ, ਜੋ ਸਤਿਗੁਰ ਦੀ ਮੱਤ ਲੈਂਦਾ ਹੈ, ਜਿਨ ਕੋ ਨਦਰ, ਸਤਿਗੁਰ ਦੀ ਮੱਤ ਦੀ ਇਨਸਾਈਟ ਲੈਂਦਾ ਹੈ, ਉਹਨੂੰ ਕਹਿੰਦੇ ਨੇ ਦੋਜ਼ ਹੂ ਨੋ ਐਂਡ ਹੈਵ ਦਾ ਇਨਸਾਈਟ ਆਫ ਸਤਿਗੁਰ ਦੀ ਨਜ਼ਰ। ਉਹ ਹਰ ਜਨ ਦੇਖੋ ਸਤਿਗੁਰ ਨੈਣੀ, ਅੰਤਰ ਗੁਰੂ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ। ਸਤਿਗੁਰ ਦਾ ਨਜ਼ਰੀਆ ਜੋ ਲੈ ਲੈਂਦੇ ਨੇ, ਉਹਨਾਂ ਨੂੰ ਸਤਿਗੁਰ ਦੀ ਨਜ਼ਰ ਅਨੁਸਾਰ, ਨਜ਼ਰੀਏ, ਵਿਜ਼ਨ, ਇਨਸਾਈਟ ਅਨੁਸਾਰ ਕਾਰ ਕਮਾਉਣੀ ਆ ਜਾਂਦੀ ਹੈ। ਜਿਸ ਨੂੰ ਕਾਰ ਹੀ ਨਹੀਂ ਪਤਾ, ਜੀਵਨ ਜਾਚ ਹੀ ਨਹੀਂ ਪਤਾ, ਉਹ ਵੈਸੀ ਨਹੀਂ ਕਮਾ ਸਕਦਾ। ਇਹ ਆਪਣੇ ਆਪ ਹੀ ਦਲੀਲ ਹੈ ਕਿ ਸਤਿਗੁਰ ਦੀ ਦਿੱਤੀ ਮੱਤ ਸਮਝਣੀ ਪਏਗੀ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ
ਨਦਰ ਨਿਹਾਲ। ਉਹ ਕਾਰ ਕਮਾ ਕੇ ਜਤ ਭਾਰਾ ਤੀਰ ਸੁਨਿਆਰ ਵਿੱਚ ਆਪਣੇ ਸੁਰਤ ਮਤ ਬੁੱਧ ਨੂੰ ਕੱਢਦੇ ਨੇ, ਜਿਨ ਕੋ ਭਾਂਡੇ ਪਾਉਤੀ ਨਾ ਸਵਾਰ ਸੀ ਸਵਾਰਦੇ ਨੇ। ਔਰ ਦੈਟਸ ਹਾਊ ਨਿਹਾਲ, ਨਾਨਕ ਨਦਰੀ ਨਦਰ ਨਿਹਾਲ, ਨਿਹਾਲ ਹੋ ਜਾਂਦੇ ਨੇ। ਉਹ ਫਿਰ ਸੱਚ ਦਾ ਦਰ ਛੱਡਦੇ ਹੀ ਨਹੀਂ ਨੇ। ਉਹਨਾਂ ਨੂੰ ਸਮਝ ਆ ਜਾਂਦੀ ਹੈ, ਸੋ ਦਰ ਕੈਸੇ ਛੋੜੀਐ, ਸੋ ਦਰ ਕੈਸੇ ਛੋੜੀਐ, ਜੋ ਦਰ ਐਸਾ ਹੋਏ, ਜੋ ਦਰ ਐਸਾ ਹੋਏ, ਜੋ ਦਰ ਐਸਾ ਹੋਏ, ਜੋ ਦਰ कबीर जै दर आवत जाते हो, जै दर आवत जाते हो, हट कै नाही कोई, हट कै नाही कोई, हट कै नाही। सो दर कैसे छोड़िए, सो दर कैसे छोड़िए, जो दर ऐसा होए, जो दर ऐसा होए, जो दर ऐसा होए। ਉਹ ਸੱਚ ਦਾ ਪੱਲਾ ਛੱਡਦਾ ਹੀ ਨਹੀਂ ਹੈ। ਮਨ ਸਾਫ਼ ਹੋ ਗਿਆ, ਕੂੜ ਉਤਰ ਗਈ ਹੈ, ਹੁਣ ਉਹਨੂੰ ਪੂਰੀ ਖੇਡ ਸਮਝ ਆ ਚੁੱਕੀ ਹੈ, ਹਾਊ ਗੋਡ ਵਰਕਸ। ਉਹਨੂੰ ਰੱਬ ਜੀ ਦਾ ਹੁਕਮ ਨਿਯਮ ਪਾਣਾ ਸਮਝ ਆ ਜਾਂਦਾ ਹੈ, ਤਾਂ ਉਹ ਇਸ ਅਵਸਥਾ 'ਚ ਕਹਿ ਸਕਦਾ ਤੇਰੇ ਘਰ ਸਦਾ ਸਦਾ ਹੈ ਨਿਆਉ। ਤਾਂ ਉਹ ਇਸ ਅਵਸਥਾ 'ਚ ਕਹਿ ਸਕਦਾ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਓ ਪਾਰ। ਤਾਂ ਉਹ ਇਸ ਅਵਸਥਾ ਵਿੱਚ ਕਹਿ ਸਕਦਾ ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਰੱਬ ਜੀ ਸੱਚੇ ਨੇ, ਉਹਨਾਂ ਦੀ ਸਾਰੀ ਸ੍ਰਿਸ਼ਟੀ ਸੱਚੀ ਹੈ, ਸਾਰੀ ਸ੍ਰਿਸ਼ਟੀ ਵਿੱਚ ਸਾਰੀ ਨਿਯਮਾਵਲੀ ਉਹਨਾਂ ਦੀ ਸੱਚੀ ਹੈ। ਉਹ ਇਸ ਨੂੰ ਮਾਣ ਰਿਹਾ ਹੈ, ਉਹ ਇਸ ਨੂੰ ਦੇਖ ਰਿਹਾ ਹੈ, ਉਹ ਇਸ ਨੂੰ ਵਿਟਨੈਸ ਕਰ ਰਿਹਾ ਹੈ। ਔਰ ਇਸ ਵਿਟਨੈਸ ਨੂੰ ਕਰਕੇ ਪਵਨ ਗੁਰੂ ਪਾਣੀ ਪਿਤਾ ਸ਼ਲੋਕ ਆਓ ਰਲ ਕੇ ਉਚਾਰਦੇ ਹਾਂ। ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ, ਗਏ ਮਸ਼ਕਤ ਘਾਰ, ਨਾਨਕ ਤੇ ਮੁਖ ਊਜਲੇ, ਕੇਤੀ ਛੁਟੀ ਨਾਮ। ਉਸ ਨੂੰ ਹੁਣ ਸਮਝ ਆ ਗਈ ਕਿ ਸੱਚ ਦੀ ਕਾਰ ਕਮਾਈ, ਨਿਹਾਲ ਹੋਇਆ ਮੀਨਸ ਕੂੜ ਉਤਰ ਗਈ ਹੈ। ਪਵਨ ਗੁਰੂ ਪਾਣੀ ਪਿਤਾ ਦੀ ਅਵਸਥਾ ਵਿੱਚ ਉਹ ਪਹੁੰਚਿਆ ਔਰ ਉਸ ਨੂੰ ਇਹ ਸ਼ਲੋਕ ਸਮਝ ਆਇਆ। ਇਸ ਸ਼ਲੋਕ ਦੇ ਅਸੀਂ ਇਨਗਰੀਡੀਐਂਟਸ ਪਹਿਲਾਂ ਸਮਝ ਲਈਏ। ਪਵਨ ਗੁਰੂ ਕਹਿੰਦੇ ਨੇ ਸਤਿਗੁਰ ਦੀ ਮਤ ਰੂਪੀ ਪਵਨ। ਸਾਡੀ ਬਾਡੀ ਆਕਸੀਜਨ ਨਾਲ ਚੱਲਦੀ ਹੈ। ਮੇਰੀ ਦੁਰਲਭ ਦੇਹ ਦੀ ਬਾਡੀ, ਜਿਸ ਨੂੰ ਪੈ ਕੇ ਚਰਨ ਕਰ ਪਾਵ ਕੇ ਕਹਿੰਦੇ ਨੇ, ਜਿਸ ਨੂੰ ਕਹਿੰਦੇ ਨੇ ਅੱਖੀ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਉਹ ਦੁਰਲਭ ਦੇ ਮੈਂ 84 ਲੱਖ ਜੂਨਾਂ ਵਾਲੇ ਸਰੀਰਾਂ ਵਾਲੇ ਜਿਹੜੇ ਦੇਹਾਂ ਸਨ, ਉਹਨਾਂ ਦੇ ਅਵਗੁਣ ਜੀਂਦਾ ਸੀ। ਉਹ ਵਾਲੀਆਂ ਅਵਗੁਣਾਂ ਨੂੰ ਛੱਡ ਕੇ
ਸਤਿਗੁਰ ਦੀ ਮੱਤ ਵਾਲੀ ਦੇਹ ਪ੍ਰਾਪਤ ਕਰਨੀ, ਉਹਨੂੰ ਕਹਿੰਦੇ ਨੇ ਸਤਿਗੁਰ ਕਾ ਜਨਮੈ ਗਵਨ ਮਿਟਾਇਆ। ਦੁਰਲਭ ਦੇਹ ਪ੍ਰਾਪਤ ਕੀਤੀ, ਔਰ ਇਸ ਦੁਰਲਭ ਦੇਹ ਨੂੰ ਚਲਾਉਣ ਦੀ ਆਕਸੀਜਨ ਹੁੰਦੀ ਆ ਗੁਰੂ, ਪਵਨ ਗੁਰੂ, ਪਾਣੀ ਪਿਤਾ। ਇਸ ਦੁਰਲਭ ਦੇਹ ਦਾ ਪਾਣੀ ਹੁੰਦਾ ਹੈ ਸੰਤੋਖ। ਅਸੀਂ ਸਾਰੇ ਸੰਤੋਖ ਪਿਤਾ ਤੋਂ ਜਦੋਂ ਪੈਦਾ ਹੁੰਦੇ ਹਾਂ ਤਾਂ ਕੂੜ ਉਤਰੀ ਹੋਈ ਮੰਨੀ ਜਾਂਦੀ ਹੈ। ਮਾਤਾ ਧਰਤ ਮਹੱਤ, ਮਹੱਤ ਹੁੰਦਾ ਹੈ ਜਿਸ ਦਾ ਸਾਰੀ ਸ੍ਰਿਸ਼ਟੀ 'ਤੇ ਆਰਡਰ ਚੱਲਦਾ ਹੈ। ਉਸ ਨੂੰ ਪਤਾ ਮੇਰੀ ਸ੍ਰਿਸ਼ਟੀ 'ਤੇ ਗੁਰੂ ਰੱਬ ਦਾ ਆਰਡਰ ਚੱਲਦਾ ਹੈ ਥਾਟ ਪ੍ਰੋਸੈਸ ਵਿੱਚ। ਮਾਤਾ ਧਰਤ, ਉਹ ਜਿਸ ਧਰਤੀ 'ਤੇ ਪਲਦਾ ਹੈ ਉਹ ਧਰਤੀ ਮਨ ਦੀ ਹੁੰਦੀ ਹੈ। ਉਸ ਨੂੰ ਰੱਬ ਜੀ ਦਾ ਹਿਰਦਾ ਕਹਿੰਦੇ ਨੇ। ਰੱਬ ਜੀ ਦਾ ਹਿਰਦਾ ਵਾਲੀ ਧਰਤੀ 'ਤੇ ਉਹ ਪਲਦਾ, ਉਸ ਨੂੰ ਸਮਝ ਆ ਜਾਂਦੀ ਹੈ ਇਸ ਧਰਤੀ ਵਿੱਚ ਕੀ ਹੁੰਦਾ ਹੈ। ਭਾਵੇਂ ਕੋਈ ਖੋਦੇ, ਭਾਵੇਂ ਕੋਈ ਮਲ ਮੂਤਰ ਕਰ ਦੇ, ਭਾਵੇਂ ਇਹਦੇ 'ਤੇ ਕੋਈ ਮਕਾਨ ਉਸਾਰੀ ਕਰ ਲਵੇ, ਭਾਵੇਂ ਇਹਦੇ 'ਤੇ ਕੋਈ ਮੰਦਰ ਉਸਾਰ ਲਵੇ, ਇਹ ਧਰਤੀ ਉਸ ਨੂੰ ਕੁਝ ਕਹਿੰਦੀ ਨਹੀਂ। ਜਿਗਰਾ ਇਤਨਾ ਵੱਡਾ ਹੋ ਜਾਂਦਾ ਹੈ, ਬਿਗ ਹਾਰਟ ਹੁੰਦਾ, ਵੱਡੇ ਦਿਲ ਵਾਲਾ ਹੋ ਜਾਂਦਾ ਹੈ, ਹਰ ਕਿਸੇ ਨੂੰ ਮਾਫ ਕਰ ਸਕਦਾ ਹੈ ਔਰ ਹਰ ਕਿਸੇ ਦਾ ਦੁੱਖ ਸੁਣ ਸਕਦਾ ਹੈ। ਉਹਨੂੰ ਦੁੱਖ ਦੁਨੀਆ ਦੇ ਸੁਣਨ ਤੋਂ ਬਾਅਦ ਬੋਝ ਨਹੀਂ ਲੱਗਦੇ ਨੇ। ਧਰਤੀ ਹੋਰ ਪਰੇ ਹੋਰ, ਉਹਨੂੰ ਕੋਈ ਚੰਗੇ ਕੰਮਾਂ ਦਾ ਭਾਰ ਨਹੀਂ ਰਹਿੰਦਾ। ਜਿਸ ਦਾ ਭਾਰ ਤਲਾ ਹੈ ਕਮਰ ਜ਼ੋਰ, ਉਹਨੂੰ ਕੋਈ ਧਰਤੀਆਂ ਨਹੀਂ ਸਤਾਉਂਦੀਆਂ। ਉਹ ਦਿਨ ਰਾਤ ਸੱਚ ਦੇ ਨਾਲ ਜੁੜਿਆ ਰਹਿੰਦਾ ਹੈ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਦਿਵਸ ਰਾਤ, ਇਹ ਦਿਵਸ ਰਾਤ ਕੀ ਹੁੰਦਾ ਹੈ? ਦਿਨ ਹੁੰਦਾ ਹੈ ਖਿਡਾਵਾ ਅਤੇ ਰਾਤ ਹੁੰਦੀ ਹੈ ਖਿਡਾਵੀ। ਦਿਵਸ ਰਾਤ ਦੋਏ ਦਾਈ ਦਾਇਆ, ਇਹ ਦਾਈ ਦਾਇਆ ਨੇ। ਸਾਧ ਸੰਗਤ ਜੀ, ਦਿਵਸ ਰਾਤ ਨੂੰ ਅਸੀਂ ਸਮਝ ਲਈਏ ਕੀ ਹੁੰਦਾ ਹੈ। ਦਿਨ ਹੁੰਦਾ ਹੈ ਚਾਨਣ, ਸੂਰਜ, ਇਹ ਉਸ ਦਾ ਦਿਨ ਹੈ, ਉਹਨੂੰ ਪ੍ਰਕਾਸ਼ ਹੁੰਦਾ ਹੈ। ਵਿਰਲਾ ਬਣ ਗਏ, ਕੂੜ ਉਤਰ ਗਏ, ਮਨ ਦੀ ਗੱਲ ਚੱਲ ਰਹੀ ਹੈ। ਦਾਈ ਕੀ ਹੁੰਦਾ ਹੈ? ਦਾਈ ਜਿਹੜੀ ਬੱਚੇ ਨੂੰ ਦੁੱਧ ਚੁੰਗਾਉਂਦੀ ਹੈ ਔਰ ਬੱਚੇ ਨੂੰ ਪਾਲਦੀ ਵੀ ਹੈ, ਉਹਨੂੰ ਦਾਈ ਕਹਿੰਦੇ ਨੇ। ਦਾਈ ਦਾਇਆ, ਉਹ ਰਾਤ ਨੂੰ ਦਾਈ ਸਮਝਦਾ ਹੈ। ਸਾਨੂੰ ਰਾਤ ਵਿੱਚ ਅਸੀਂ ਨਰਿਸ਼ ਹੁੰਦੇ ਹਾਂ। ਹਰ ਰਾਤ ਅਸੀਂ ਜਦੋਂ ਸੌਂਦੇ ਹਾਂ ਅਸੀਂ ਨੈਕਸਟ ਡੇ ਫਰੈਸ਼ ਬਣ ਕੇ ਉੱਠਦੇ ਹਾਂ। ਜੇ ਮੇਰੀ ਰਾਤ ਅਪਸੈਟ ਹੋਈ ਹੈ ਤਾਂ ਇਸ ਨੂੰ ਕਾਲੀ ਰਾਤ ਕਹਿੰਦੇ ਨੇ, ਇਸ ਨੂੰ ਅੰਧੇਰੀ ਰਾਤ ਕਹਿੰਦੇ ਨੇ। ਜੇ ਮੈਂ ਕਲ ਯੁੱਗ ਵਿੱਚ ਹਾਂ ਤਾਂ ਮੈਂ ਅੰਧੇਰੀ ਰਾਤ ਵਿੱਚ ਹਾਂ, ਪਰ ਉਸ ਨੂੰ ਆਪਣੀ ਰਾਤ ਬਾਰੇ ਸਮਝ ਆਉਂਦੀ ਹੈ। ਜੀ ਚੈਨ ਨਾਲ ਸੁੱਤਾ ਜਾਏ। ਸਾਧ ਸੰਗਤ ਜੀ, ਇਹ ਚੈਨ ਦਾ ਸੌਣ ਦਾ ਮਤਲਬ ਇਹ ਨਹੀਂ ਕਿ 8-10 ਘੰਟੇ ਸੁੱਤੇ ਰਹੀਏ। ਨੀਂਦਰ ਅਤੇ ਭੁੱਖ ਨੂੰ ਜਿਤਨਾ ਅਸੀਂ ਵਧਾਈਏ ਵੱਧ ਜਾਂਦੀ ਹੈ, ਜਿਤਨਾ ਘਟਾਉਣਾ ਚਾਹੀਏ ਘਟ ਸਕਦੀ ਹੈ। ਪਰ ਉਹ ਦਲਿਦਰੀ ਵਾਲਾ ਹਰ ਵੇਲੇ ਸੁੱਤਾ ਨਹੀਂ ਰਹਿੰਦਾ। ਔਰ ਰਾਤ ਜਿਤਨੇ ਨਾਲ ਉਸ ਨੂੰ ਉਹਦੀ ਬਾਡੀ ਨਰਿਸ਼ ਹੋ ਜਾਏ, ਮੈਕਸਿਮਮ 4 ਆਵਰਸ 3 ਆਵਰਸ ਔਰ ਬਹੁਤ ਜ਼ਿਆਦਾ 5 ਘੰਟੇ। ਉਹ ਜ਼ਿਆਦਾ ਸੌਂਦਾ ਨਹੀਂ ਹੈ, ਥੋੜ੍ਹਾ ਸਮਾਂ ਥੋੜ੍ਹਾ ਹੀ ਖਾਵੇ, ਉਹਦਾ ਜੀਵਨ ਹੁੰਦਾ ਹੈ। ਉਹਨੂੰ ਰਾਤ ਬਾਰੇ ਸਮਝ ਆ ਜਾਂਦੀ ਹੈ। ਜੇ ਮੈਂ ਰਾਤ ਚੰਗੀ ਕੱਟੀ ਮੇਰਾ ਦਿਨ ਚੰਗਾ ਬੀਤੇਗਾ। ਸਾਡੀ ਰਾਤ ਚੰਗੀ ਨਾ ਬੀਤੇ, ਅਸੀਂ ਦਿਨੇ ਹਰ ਕਿਸੇ ਨੂੰ ਖਾਓ ਕਰਕੇ ਪੈਂਦੇ ਹਾਂ। ਪਰ ਅਫਸੋਸ ਲੋਕੀ 8-8 10-10 ਘੰਟੇ ਸੌਂਦੇ ਨੇ, ਫਿਰ ਵੀ ਦਿਨੇ ਖਾਓ ਕਰਕੇ ਪੈਂਦੇ ਨੇ। ਇਹਦਾ ਮਤਲਬ ਉਹ ਰਾਤੀ ਸੁਪਨੇ 'ਚ ਵੀ ਸੋ ਉਲਾਮੇ ਦਿਨੇ ਕਿ ਰਾਤੀ ਮਿਲਨ ਸਹੰਸ ਵਾਲਾ ਜੀਵਨ ਜੀਂਦਾ। ਉਹ ਕਲਪਦਾ ਕਲਯੁਗ ਦੀ ਅਵਸਥਾ ਸੁੱਤਾ ਔਰ ਕਲਯੁਗੀ ਅਵਸਥਾ ਵਿੱਚ ਉੱਠਿਆ। ਪਰ ਜਿਹੜੇ ਸਤਿਗੁਰ ਦੀ ਮੱਤ ਲੈਂਦੇ ਨੇ, ਸੌਂਦੇ ਵੀ ਵਾਹ ਉਚਰੇ, ਉੱਠਦੇ ਵੀ ਵਾਹ ਕਰੇਨ ਦੀ ਅਵਸਥਾ 'ਚ ਜੀਂਦੇ ਨੇ, ਸ਼ੁਕਰ ਕਰਦੇ ਨੇ, ਹਰ ਗੱਲ ਦਾ ਸ਼ੁਕਰ ਕਰਨ ਦੀ ਅਵਸਥਾ ਗ੍ਰੈਟੀਟਿਊਡ ਕਹਿਲਾਉਂਦੀ ਹੈ। ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਈ ਦੀ ਅਵਸਥਾ ਹੁੰਦੀ ਹੈ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਦਿਵਸ ਰਾਤ ਦੋਈ ਦਾਈ ਦਾਇਆ, ਉਹ ਇਸ ਗੋਦੀ ਵਿੱਚ ਭਾਵ ਦਿਨ ਰਾਤ ਦੀ ਇਸ ਚਾਨਣ ਵਾਲੀ ਗਿਆਨ ਵਾਲੀ ਮੱਤ ਦੇ ਵਿੱਚ ਅਤੇ ਇਸ ਦਾਇਆ ਦੀ ਗੋਦੀ ਵਿੱਚ ਖੇਡਦਾ ਹੈ ਸੱਚ ਦੀ ਮੱਤ ਲੈ ਕੇ। ਤਾਂ ਸਤਿਗੁਰ ਦੀ ਮੱਤ ਰੂਪੀ ਦੁੱਧ ਦੀ ਦਾਈ ਵਿੱਚ ਇਹਨਾਂ ਦੋਵਾਂ ਦੀ ਗੋਦੀ ਵਿੱਚ ਖੇਡਦਾ, ਆਪਣੇ ਆਪ ਨੂੰ ਐਸੇ ਦਿਨ ਰਾਤ ਵਿੱਚ ਰੱਖਦਾ ਹੈ। ਜਿਹੜੇ ਬਾਹਰਲੇ ਜਿਓਗ੍ਰਾਫੀਕਲ ਦਿਨ ਰਾਤ ਸਾਡੀ ਘੜੀ ਮੁਤਾਬਕ ਚੜ੍ਹਦੇ ਨੇ ਔਰ ਚੰਦ ਸੂਰਜ ਦੇ ਵਿੱਚ ਦੇਖਦੇ ਹਾਂ ਅਸੀਂ, ਇਹ ਦਿਨ ਰਾਤ ਦੀ ਗੱਲ ਨਹੀਂ ਚੱਲ ਰਹੀ। ਉਸ ਨੂੰ ਅੰਦਰ ਦੇ ਦਿਨ ਰਾਤ ਦੀ ਗੱਲ ਸਮਝ ਆ ਜਾਂਦੀ ਹੈ। ਦਿਵਸ ਰਾਤ ਦੋਈ ਦਾਈ ਦਾਇਆ, ਖੇਲੈ ਸਗਲ ਜਗਤ, ਉਹਦਾ ਸਾਰਾ ਜਗਤ ਮੀਨਸ ਥਾਟ ਪ੍ਰੋਸੈਸ ਖੇਡਦਾ ਹੈ। ਸਾਧ ਸੰਗਤ ਜੀ, ਰੱਬ ਜੀ ਨਹੀਂ ਖਿਡਾਉਂਦੇ ਨੇ ਸਾਨੂੰ। ਦੁਨੀਆ ਕਹਿੰਦੀ ਹੈ ਰੱਬ ਜੀ ਦੀ ਲੀਲਾ, ਕਿਸੇ ਨੂੰ ਜਿਤਾ ਦਿੰਦੇ ਨੇ, ਕਿਸੇ ਨੂੰ ਹਰਾ ਦਿੰਦੇ ਨੇ, ਕਿਸੇ ਨੂੰ ਮਾਰ ਦਿੰਦੇ ਨੇ, ਕਿਸੇ ਨੂੰ ਇਹ ਰੱਬ ਕੀ ਲੀਲਾ ਹੈ। ਲੀਲਾ ਖੇਡਦਾ ਹੈ ਮੇਰਾ ਮਨ।
क्रीड़ा करता है मेरा मन, मेरे मन ਨੂੰ जैसी खेड आती है वैसा खेडता है। ਤੁਸੀਂ ਅੱਜ ਕੱਲ੍ਹ ਸਾਰੇ ਵਰਲਡ ਕੱਪ ਦੇਖ ਰਹੇ ਹੋ, ਜਿਸ ਪਲੇਅਰ ਨੂੰ ਸਪੋਰਟਸਮੈਨ ਸਪਿਰਿਟ ਨਹੀਂ ਹੈ ਉਹ ਬਾਲ ਸੁੱਟਦਾ ਹੈ ਤੇ ਗਾਲ ਕੱਢਦਾ ਹੈ, ਆਊਟ ਹੋ ਜਾਏ ਤਾਂ ਗਾਲ ਕੱਢਦਾ ਹੈ, ਔਰ ਜੇਕਰ ਉਸ ਨੂੰ ਆਊਟ ਕਰ ਲੇ ਉਹਨੂੰ ਹਿੱਪੀ ਪੂਰੇ ਕਰਕੇ ਸੈਲੀਬ੍ਰੇਟ ਕਰਦਾ ਹੈ। ਇਹ ਸਭ ਕੁਝ ਕੀ ਹੈ? ਜੈਸੀ ਖੇਡ ਸਿੱਖੀ ਹੈ, ਜੈਸੀ ਮਨ ਅੰਦਰ ਆਈ ਵੈਸੀ ਖੇਡਦੇ ਹਾਂ। ਅਸੀਂ ਦੂਜੇ ਨੂੰ ਹਰਾ ਕੇ, ਦੂਸਰੇ ਨੂੰ ਇਨਸਲਟ ਕਰਕੇ, ਦੂਜੇ ਨੂੰ ਠਿੱਠ ਕਰਕੇ, ਉਹਦੇ 'ਤੇ ਬਲੇਮ ਲਗਾ ਕੇ, ਸਾਨੂੰ ਇਹ ਵਾਲੀ ਖੇਡ ਪਸੰਦ ਹੈ। ਉਹਨੂੰ ਸਮਝ ਆ ਜਾਂਦੀ ਹੈ ਕਿ ਮੈਨੂੰ ਹੁਣ ਕਿਹੜੀ ਖੇਡ ਖੇਡਣੀ ਚਾਹੀਦੀ ਹੈ। ਅਸੀਂ ਇਹ ਗੁਰਮਤ ਅਨੁਸਾਰ ਨਹੀਂ ਮੰਨਦੇ। ਰੱਬ ਨੇ, ਰੱਬ ਜੀ ਅਸੀਂ ਸਾਰੇ ਰੱਬ ਦੀਆਂ ਕਠਪੁਤਲੀਆਂ, ਰੱਬ ਜੀ ਨੇ ਸਭ ਨੂੰ ਜਿਸ ਤਰ੍ਹਾਂ ਨਚਾਉਂਦੇ ਨੇ ਨੱਚਦੇ ਹਾਂ। ਨਹੀਂ, ਕਾਠ ਕੀ ਪੁਤਰੀ ਕਹਾਂ ਕਰੇ ਬਪਰੀ ਖਿਲਾਵਨ ਹਾਰੂ ਜਾਣੇ ਦਾ ਮਤਲਬ ਸਾਰਾ ਹੁੰਦਾ ਹੈ ਮੇਰੇ ਮਨ ਨੂੰ ਸਾਰੀ ਆਪਣੀ ਕਰਤੂਤ ਪਤਾ ਹੈ ਔਰ ਮੇਰਾ ਮਨ ਮੈਨੂੰ ਨਚਾਉਂਦਾ ਹੈ। ਦੁਆਰੇ ਦੁਆਰ ਸਵਾਨ ਜੋ ਡੋਲਤ ਨੈ ਸੁਧ ਰਾਮ ਭਜਨ ਕੀ, ਮਨ ਨਚਾਉਂਦਾ ਹੈ। ਉਸ ਨੂੰ ਇਹ ਖੇਡ ਸਮਝ ਆ ਜਾਂਦੀ ਹੈ ਔਰ ਉਹ ਸੱਚ ਦੀ ਮੱਤ ਲੈ ਕੇ, ਸੱਚ ਦੀ ਗੋਦੀ ਵਿੱਚ ਦੁੱਧ ਚੁੰਘਦਾ ਹੋਇਆ ਇਸ ਖੇਡ ਵਿੱਚ ਰਹਿੰਦਾ ਹੈ। ਉਹਦਾ ਥਾਟ ਪ੍ਰੋਸੈਸ ਇਹ ਦੋਨੋਂ ਦਿਨ ਰਾਤ ਗੋਦੀ ਉਹ ਜੀਂਦਾ ਹੈ। ਅਸੀਂ ਸਾਰੇ ਐਸੇ ਥਾਟ ਪ੍ਰੋਸੈਸ ਵਿੱਚ ਜੀ ਸਕਦੇ ਹਾਂ। ਵਿਰਲਾ ਮਨ ਕੋਈ ਕੂੜ ਰਹਿਤ ਮਨ ਦਾ ਹਰੇਕ ਖਿਆਲ ਫੁਰਨਾ ਸਮਝਦਾ ਹੈ ਕਿ ਧਰਮ ਵੱਲੋਂ ਵਾਚਿਆ ਜਾ ਰਿਹਾ ਹੈ। ਇਹਨੂੰ ਬਾਣੀ 'ਚ ਕਹਿੰਦੇ ਨੇ ਚੰਗਿਆਈਆਂ ਬੁਰਾਈਆਂ ਵਾਚੈ ਧਰਮ ਦੂਰ। ਜਿਸ ਦੀ ਕੂੜ ਉਤਰ ਗਈ ਹੈ ਉਸ ਨੂੰ ਸਾਫ਼ ਸਮਝ ਆ ਗਿਆ ਅੰਦਰ ਬੈਠੇ ਰੱਬ ਜੀ ਆਪਣੇ ਧਰਮ ਦੇ ਨਿਆਂ ਅਨੁਸਾਰ ਵਾਚ ਰਹੇ ਨੇ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਦੂਰ, ਮਰਨੇ ਕੇ ਬਾਅਦ ਧਰਮਰਾਜ ਨਹੀਂ, ਹਦੂਰ ਪ੍ਰੈਜ਼ੈਂਟ ਇੱਥੇ ਅੰਦਰ ਰੱਬ ਜੀ ਰਹਿੰਦੇ ਨੇ। ਜਿਨ੍ਹਾਂ ਨੂੰ ਅੰਦਰ ਦੇ ਰੱਬ ਜੀ ਸਮਝ ਆ ਜਾਣ ਔਰ ਅੰਦਰ ਦੇ ਰੱਬ ਜੀ ਅੱਜ ਹੁਣੇ ਦੇਖ ਰਹੇ ਨੇ, ਉਹ ਮਰਨ ਤੋਂ ਬਾਅਦ ਵਾਲੀ ਦਰਗਾਹ ਦੇ ਬਦਲੇ ਅੰਦਰ ਦੀ ਦਰਗਾਹ ਦੀ ਪਰਵਾਹ ਸ਼ੁਰੂ ਕਰਦੇ ਨੇ। ਜਿਸ ਨੂੰ ਅੰਦਰ ਦੀ ਦਰਗਾਹ ਸਮਝ ਆ ਜਾਂਦੀ ਉਹ ਕਹਿੰਦਾ ਨਾਲ ਨਾਲ ਹੁਣੇ ਉਹਨੇ ਨਿਬੇੜਾ ਹੋ ਰਿਹਾ ਹੈ। ਕੋਈ ਮਾਂ ਦੁਖੀ ਹੈ ਉਹਨੂੰ ਸੁਖੀ ਕਰ ਦੇ, ਕੋਈ ਰੋਂਦੇ ਦੇ ਆਂਸੂ ਪੂੰਝ ਦੇ, ਕਿਸੇ ਬੱਚੇ ਦਾ ਭਲਾ ਕਰ ਦੇ, ਕਿਸੇ ਦੀ ਰੋਟੀ ਬਣਵਾ ਦੇ। ਉਹ ਇਹ ਅੱਜ ਦੀ ਦਰਗਾਹ ਹੈ। ਦੁਨੀਆ ਇਸ ਦਰਗਾਹ ਨੂੰ ਭੁੱਲ ਗਈ ਹੈ ਕਿਉਂਕਿ ਦੁਨੀਆ ਨੂੰ ਮਰਨ ਤੋਂ ਬਾਅਦ ਵਾਲੀ ਦਰਗਾਹ ਦੇ ਲੇਖੇ ਜੋਖੇ ਦੀ ਸਮਝ ਆਈ ਹੈ। ਗੁਰੂ ਪਾਤਸ਼ਾਹ ਕਹਿੰਦੇ ਵਾਚੈ ਧਰਮ ਹਦੂਰ, ਔਰ ਵਾਚੈ ਦਾ ਮਤਲਬ ਵਾਚ ਇੰਗਲਿਸ਼ ਨਹੀਂ ਹੈ। ਕਿਉਂਕਿ ਕਿਸੇ ਬੱਚੇ ਨੇ ਸਵਾਲ ਪੁੱਛਿਆ ਸੀ ਮੈਨੂੰ ਨਾਲ ਉਹ ਸਾਂਝ ਕਰਨੀ ਪੈਂਦੀ। ਵਾਚ ਦਾ ਮਤਲਬ ਹੁੰਦਾ ਹੈ, ਵਾਚੈ ਦਾ ਮਤਲਬ ਹੁੰਦਾ ਹੈ ਜੈਸਾ ਦੇਖਾ ਵੈਸਾ ਬਿਆਨ ਕਰ ਦਿਆ। ਦੇਖਿਆ ਕਿ ਇਹ ਭੈੜੇ ਖਿਆਲ ਸੋਚਦਾ ਹੈ, ਬਿਆਨ ਕਰ ਦਿਆ। ਯੂ ਕੈਨ ਨਾਟ ਹੈਵ ਵਨਨੈਸ ਵਿਦ ਗॉड। ਐਕਸਟੈਸੀ ਸੁੱਖ ਨਹੀਂ ਮਿਲ ਸਕਦਾ। ਤੂੰ ਰੱਬ ਤੋਂ ਦੂਰ ਵਾਲੀ ਕਲਯੁਗ ਦੀ ਅਵਸਥਾ ਜੀਏਗਾ। ਉਸ ਨੂੰ ਸਮਝ ਆ ਗਈ ਹੈ ਵਾਚੈ ਧਰਮ ਦੂਰ, ਜੈਸਾ ਦੇਖਤੇ ਹੈ ਵੈਸਾ ਕਰਤੇ ਹੈ। ਉਹਨੂੰ ਪਤਾ ਲੱਗ ਗਿਆ ਚੰਗਿਆਈਆਂ ਬੁਰਾਈਆਂ ਵਾਚੈ ਧਰਮ ਦੂਰ। ਉਹਨੂੰ ਸਮਝ ਆ ਗਈ ਹੈ ਕਰਮੀ ਆਪੋ ਆਪਣੀ। ਕੋਈ ਮਨੁੱਖ ਕਿਸੇ ਤੇ ਬਲੇਮ ਨਹੀਂ ਲਗਾ ਸਕਦਾ। ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਉਹਨੂੰ ਸਮਝ ਆ ਗਿਆ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਲੋਕੀ ਆਪਣੇ ਥਾਟ ਪ੍ਰੋਸੈਸ, ਆਪਣੇ ਕਰਮ ਫਲਸਫੇ ਦੇ ਮੁਤਾਬਕ, ਆਪਣੀ ਸੋਚਣੀ ਦੇ ਮੁਤਾਬਕ ਉਹਨਾਂ ਨੂੰ ਖਰੇ ਖਿਆਲ ਨਹੀਂ ਆਉਂਦੇ। ਉਹ ਅਪਸੈਟ ਹੁੰਦੇ ਨੇ, ਢਹਿੰਦੀਆਂ ਕਲਾਂ 'ਚ ਰਹਿੰਦੇ ਨੇ, ਰੱਬ ਜੀ ਤੋਂ ਦੂਰ ਹੋ ਗਏ, ਕੂੜ ਲੱਗ ਗਈ। ਕਰਮੀ ਆਪੋ ਆਪਣੀ ਕੇ ਨੇੜੇ। ਜੇ ਚੰਗੇ ਗੁਣ ਸੋਚੋ ਤਾਂ ਰਾਜ ਬਨਾਲ ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੁੰਜੜੀਆਂ ਮਨੋ ਮਚੰਦੜੀਆਂ ਮੁੱਕ ਜਾਂਦੀਆਂ। ਔਰ ਚੰਗੇ ਗੁਣਾਂ ਦੇ ਨਾਲ ਜੀਣ ਨਾਲ ਨੇੜਤਾ ਪ੍ਰਾਪਤ ਹੋ ਜਾਂਦੀ ਹੈ। ਅੰਤਰਜਾਮੀ ਸਾਬਿਤ ਜਾਣੈ, ਉਹਨੂੰ ਸਮਝ ਆ ਜਾਂਦੀ ਹੈ। ਉਹ ਕੂੜ ਰਹਿਤ ਧਰਮ ਵੱਲੋਂ ਵਾਚਿਆ ਜਾ ਰਿਹਾ। ਕੂੜ ਰਹਿਤ ਮਨ ਦਾ ਹਰੇਕ ਖਿਆਲ ਫੁਰਨਾ ਧਰਮ ਵੱਲੋਂ ਵਾਚਿਆ ਜਾ ਰਿਹਾ ਹੈ। ਉਹਨੂੰ ਕਹਿੰਦੇ ਰੱਬ ਜੀ ਫਿਰ ਉਸਦਾ ਇੱਕ ਵੀ ਫੁਰਨਾ ਖਾਲੀ ਨਹੀਂ ਛਾਣ ਦਿੰਦੇ ਨੇ। ਜਿਹੜਾ ਵੀ ਸੱਚ ਪਾਸੇ ਟੁਰ ਪੈਂਦਾ ਹੈ ਉਸਦੀ ਮਿਹਨਤ ਸਫਲ ਹੀ ਹੁੰਦੀ ਹੈ। ਸਰ ਪਰ ਤਾਰਸੀ ਇੱਕ ਤਿਲ ਨਹੀਂ ਭੰਨੈ ਕਾਲੇ। ਬਾਹਰੋਂ ਕੋਈ ਰੋਕ ਸਕਦਾ ਹੈ, ਅੰਦਰ ਸੱਚ ਲੈਣ ਵਾਸਤੇ, ਅੰਦਰੋਂ ਸੱਚਾ ਹੋਣ ਵਾਸਤੇ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਹੈ। ਬਿਕੋਜ਼ ਵਿਰਲਾ ਮਨ ਨੋਜ਼ ਕਿ ਇਹਦੇ ਵਿੱਚ ਮੇਰੇ ਨਫੇ ਨੇ ਜਾਂ ਨੁਕਸਾਨ ਨੇ। ਉਹਨੂੰ ਸਰਕੀ ਸਾਰ ਸਮਝ ਆ ਜਾਂਦੀ ਹੈ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ। ਸਾਧ ਸੰਗਤ ਜੀ ਇਹ ਗੱਲ ਥੋੜ੍ਹੀ ਜਿਹੀ ਵਿਚਾਰਨਯੋਗ ਹੈ। ਜਿਨੀ ਨਾਮ ਧਿਆਇਆ,
ਜਾਚਨਾ ਕੀਤੀ ਸੀ ਮੇਰੀ ਕੂੜ ਦੂਰ ਕਰ ਦਿਓ, ਕੂੜ ਉਹਦੀ ਦੂਰ ਕਰ ਦਿੱਤੀ। ਜਿਨੀ ਨਾਮ ਤੇ ਆਇਆ, ਜਿਸਨੇ ਸਤਿਗੁਰ ਦੀ ਮੱਤ ਲੈ ਲੈ ਕੇ ਜੋ ਜੋ ਦੱਸਿਆ, ਸਤਿਗੁਰ ਦੀ ਮੱਤ ਲੈ ਕੇ ਉਸ ਅਨੁਸਾਰ ਜੀਵਨ ਜੀਣਾ, ਸਾਰਾ ਗੁਰੂ ਗ੍ਰੰਥ ਸਾਹਿਬ ਨਾਮ ਹੀ ਹੈ। ਇੱਕ ਇੱਕ ਜਿਹੜਾ ਸੁਣਿਆ ਦਿੱਤਾ ਜਾਂਦਾ ਉਹਨੂੰ ਨਾਮ ਹੀ ਕਹਿੰਦੇ ਨੇ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ। ਹੁਣ ਏਕੋ ਨਾਮ ਦੇ ਦੱਸਣ ਲੱਗੇ ਨੇ। ਏਕੋ ਨਾਮ ਹੁਕਮ ਹੈ। ਹੁਕਮ ਮਤਲਬ ਰਜ਼ਾ ਪਾਣਾ, ਰੱਬ ਜੀ ਦਾ ਨਿਯਮ, ਔਰ ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ, ਇਹ ਤੇਰੇ ਨਾਲ ਲਿਖਿਆ ਹੋਇਆ। ਰੱਬ ਜੀ ਅੰਦਰ ਰਹਿੰਦੇ ਨੇ, ਰੱਬ ਜੀ ਦਾ ਨਾਮ ਤੇਰੇ ਅੰਦਰ ਲਿਖਿਆ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਉਸ ਨੂੰ ਇਹ ਜੀਵਨ ਜਾਚ ਸਮਝਦੇ। ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ। ਜਦੋਂ ਉਹ ਕੂੜ ਛੱਡਦਾ ਜਾਂਦਾ ਹੈ, ਮਸ਼ੱਕਤ ਕਰਦਾ ਹੈ, ਕਾਲਨਾ ਕਰਦਾ ਹੈ, ਮਿਹਨਤ ਕਰਦਾ, ਤਾਂ ਕੀ ਹੁੰਦਾ ਹੈ? ਨਾਨਕ ਤੇ ਮੁਖ ਉਜਲੇ। ਉਜਲੇ ਦਾ ਮਤਲਬ ਕੀ ਹੁੰਦਾ ਹੈ? ਮੁਖ ਤੋਂ ਕੂੜ ਸਾਰੀ ਉਤਰ ਗਈ। ਇਹਨੂੰ ਉਜਲੇ ਕਹਿੰਦੇ ਨੇ। ਸਾਧ ਸੰਗਤ ਜੀ, ਇਹ ਉਜਲੇ ਵਾਲਾ ਸੀਨ ਜੇ ਬਣਾ ਕੇ ਸਮਝੀਏ, ਫਰਜ਼ ਕਰੋ ਮੇਰੇ ਘਰ ਸ਼ੀਸ਼ਾ ਲੱਗਾ ਹੈ ਔਰ ਮੇਰੇ ਮੂੰਹ ਤੇ ਗੰਦ ਪਿਆ ਹੋਇਆ ਹੈ, ਮੇਰੇ ਤਨ ਤੇ ਕੂੜ ਲੱਗੀ ਹੋਈ ਹੈ, ਮੈਨੂੰ ਸ਼ੀਸ਼ੇ 'ਚ ਨਜ਼ਰ ਹੀ ਨਹੀਂ ਆ ਰਹੀ। ਕਿਉਂ? ਕਿਉਂਕਿ ਮੈਂ ਹਨੇਰੇ ਵਿੱਚ ਖੜਾ ਹਾਂ। ਜੇ ਲਾਈਟ ਮੇਰੇ ਉੱਪਰ ਪਵੇ ਤਾਂ ਮੇਰੇ ਔਗੁਣਾ ਤੇ ਲਾਈਟ ਪੈਂਦੀ ਹੈ ਜਿੱਥੇ ਜਿੱਥੇ ਕੂੜ ਲੱਗੀ ਹੈ। ਇਟ ਇਜ਼ ਨਾਓ ਵਿਜ਼ੀਬਲ ਔਨ ਦ ਮਿਰਰ। ਇਹਦਾ ਮਤਲਬ ਮੇਰੇ ਮੁਖ ਉੱਤੇ ਲਾਈਟ ਪਾਣੀ ਪਏਗੀ। ਮੁਖ ਤੇ ਲਾਈਟ ਪਾਈ, ਸ਼ੀਸ਼ੇ ਵਿੱਚ ਸ਼ੀਸ਼ਾ ਹੈ ਸਤਿਗੁਰ, ਸਤਿਗੁਰ ਮੈਨੂੰ ਸ਼ੀਸ਼ਾ ਵਿਖਾਉਂਦਾ ਹੈ, ਕੂੜ ਸਾਰੀ ਉਤਾਰੀ। ਇਹਨੂੰ ਕਹਿੰਦੇ ਨੇ ਨਾਨਕ ਤੇ ਮੁਖ ਉਜਲੇ। ਕੇਤੀ ਛੁੱਟੀ ਨਾਲ ਦੇ ਮੈਂ ਅਰਥ ਸੁਣੇ ਸਨ। ਉਸ ਬੰਦੇ ਨਾਲ ਹੋਰ ਵੀ ਕਈ ਤਰ ਜਾਂਦੇ ਹਨ, ਇਹ ਮੈਂ ਸੁਣੇ ਸਨ। ਪਰ ਗੱਲ ਚੱਲ ਰਹੀ ਹੈ ਜਿਹੜਾ ਕੁੜਿਆਰ ਤੋਂ ਸੁਚਿਆਰ ਬਣਨਾ ਚਾਹੁੰਦਾ ਹੈ। ਕੇਤੀ ਛੁੱਟੀ ਨਾਲ ਮੀਨਸ ਕਿਸ ਕਦਰ ਉਹ ਇਸ ਵਿਸਮਾਦ ਨੂੰ ਮੰਨਦਾ ਹੈ ਕਿ ਮੇਰੇ ਨਾਲ ਜਿਤਨੀ ਕੂੜ ਲੱਗੀ ਸੀ ਛੁੱਟ ਗਈ। ਹੈਰਾਨ ਹੁੰਦਾ, ਵਿਸਮਾਦਤ ਹੁੰਦਾ, ਸਤਿਗੁਰ ਜੀ ਤੁਸਾਂ ਛੁਡਾਈ, ਤੁਹਾਡੀ ਮਿਹਰਬਾਨੀ। ਇਹ ਮੇਰੀ ਜਾਚਨਾ ਸੀ, ਤਾਂ ਹੀ ਤੇ ਮੈਂ ਨਿਹਾਲ ਹੋਇਆ। ਮੈਂ ਕੂੜ ਉਤਾਰਨ ਆਇਆ ਸੀ, ਉਹਨੂੰ ਸਾਰੀ ਖੇਡ ਸਮਝ। ਇਹਦਾ ਮਤਲਬ ਜਿਹੜਾ ਸ਼ਲੋਕ ਹੈ ਪਵਨ ਗੁਰੂ ਪਾਣੀ ਪੀਤਾ, ਪੂਰੇ ਜਪਜੀ ਸਾਹਿਬ ਦੇ ਰਾਹੀਂ ਕੂੜ ਨੂੰ ਰਿਅਲਾਈਜ਼ ਕਰਾ ਕੇ, ਕੂੜ ਛੱਡ ਕੇ ਸੱਚ ਕਿਵੇਂ ਬਣੀਦਾ, ਕਿਵੇਂ ਰੱਬ ਜੀ ਦਾ ਨਿਯਮ ਕੰਮ ਕਰਦਾ ਹੈ, ਸਾਰੇ ਜਪਜੀ ਦਾ ਨਿਚੋੜ ਸ਼ਲੋਕ ਪਵਨ ਗੁਰੂ ਪਾਣੀ ਪੀਤਾ ਵਿੱਚ ਦੱਸਿਆ। ਦੈਟਸ ਹਾਊ ਗੋਡਸ ਬੈਲੈਂਸ ਵਰਕਸ, ਦੈਟਸ ਹਾਊ ਗੋਡਸ ਸਿਸਟਮ ਵਰਕਸ। ਪਵਨ ਗੁਰੂ ਨਾਲ ਰਹੀਦਾ, ਪਾਣੀ ਪੀਤਾ ਮਾਤਾ ਧਰਤ ਮਹਤ ਹੁੰਦਾ, ਸਭ ਤੋਂ ਵੱਡਾ ਉਹਦੀ ਰਜ਼ਾ ਹੁਕਮ ਨਿਯਮ ਅਨੁਸਾਰ ਚੱਲਣਾ। ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਾਈਆਂ ਵਾਚੇ ਧਰਮ ਦੂਰ, ਕਰਮੀ ਆਪੋ ਆਪਣੀ। ਉਹਨੂੰ ਸਮਝ ਆ ਗਈ ਹੈ ਤੇ ਮੈਂ ਕਰਨੀ ਕਮਾਣੀ ਹੈ ਜੈਸੀ ਗੁਰੂ ਨੇ ਦੱਸੀ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਟਰੂਥ ਪ੍ਰੀਵੇਲਸ, ਸੱਚ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਇਸ ਕਰਕੇ ਮਿਸਚੀਵੀਅਸ ਰਸਤਿਆਂ ਦੇ ਨਾਲ ਸੱਚੇ ਨਹੀਂ ਹੋ ਸਕਦਿਆਂ, ਮਿਸਚੀਵੀਅਸ ਰਸਤਿਆਂ ਨਾਲ, ਕਰਮ ਕਾਂਡ ਪਾਖੰਡ ਦੇ ਨਾਲ ਅੰਦਰ ਖੋਟ ਰਹਿੰਦੀ ਹੈ। ਉੱਥੇ ਖੋਟੇ ਸੱਟੀਆਂ, ਖਰੇ ਕੀਚੇ ਸ਼ਾਬਾਸ਼। ਇਹਨੂੰ ਕਹਿੰਦੇ ਨੇ ਨਾਨਕ ਤੇ ਮੁਖ ਉਜਲੇ, ਸੁਰਖਰੂ ਹੋ ਗਏ। ਕੇਤੀ ਛੁੱਟੀ ਨਾਲ ਜਿਤਨੀ ਕੂੜ ਲੱਗੀ ਸੀ ਛੁੱਟ ਗਈ। ਜ਼ਰਾ ਜਾ ਮੈਂ ਇਤਿਹਾਸ ਅੰਦਰ ਗਿਆ, ਗੁਰੂ ਪਾਤਸ਼ਾਹ ਕੋਲ ਪ੍ਰਿਥੀ ਚੰਦ ਰਹਿੰਦਾ, ਨਹੀਂ ਛੁੱਟਦਾ। ਗੁਰੂ ਨਾਨਕ ਪਾਤਸ਼ਾਹ ਕੋਲ ਉਹਨਾਂ ਦੇ ਪੁੱਤਰ ਰਹਿੰਦੇ ਨੇ, ਸ੍ਰੀ ਚੰਦ ਲਖਮੀ ਦਾਸ, ਉਹ ਨਹੀਂ ਛੁੱਟਦੇ ਨੇ। ਸਾਧ ਸੰਗਤ ਜੀ, ਜੇ ਇਹ ਸਾਰੀਆਂ ਗੱਲਾਂ ਵਿਚਾਰਦੇ ਜਾਈਏ ਸਾਨੂੰ ਪਤਾ ਲੱਗਦਾ ਜਾਏਗਾ ਬਾਣੀ ਕਹਿ ਰਹੀ ਹੈ ਮਨੁੱਖ ਦੀ ਆਪਣੀ ਕੂੜ ਉਸਨੇ ਉਤਾਰਨੀ ਹੈ। ਜਦੋਂ ਉਹਦਾ ਮਨ ਸਤਿਗੁਰ ਕਹਿ ਭਾਣਾ ਚੱਲਦਾ ਹੈ, ਹੋਰਨਾਂ ਨੂੰ ਕੋਈ ਨਾ, ਕੋਈ ਆਪਣੀ ਪਤਨੀ ਨੂੰ ਸਿੱਧੇ ਪਾਸੇ ਪਾ ਸਕਦਾ, ਨਾ ਪਤੀ ਨੂੰ, ਨਾ ਬੱਚਿਆਂ ਨੂੰ। ਜਿਨ ਕੋ ਭਾਂਡੇ ਪਾਓ, ਜਿਸ ਨੂੰ ਸ਼ੌਕ ਹੋਏਗਾ ਤਿਨਾ ਸੁਹਾਰ ਸੀ, ਉਹ ਸੁਖੀ ਹੋ ਜਾਏਗਾ। ਸੁਖੀ ਕਰੇ ਪਸਾਓ ਦੁੱਖ ਵਿਸਾਰ ਸੀ। ਮਨ ਨੂੰ ਕ੍ਰੋਧ ਚੜਿਆ ਹੋਵੇ, ਮੇਰੇ ਕੋਲ ਮੇਰੀ ਵੋਟੀ ਬੈਠੀ ਹੋਵੇ, ਮੇਰੇ ਕੋਲ ਮੇਰੇ ਮਾਂ ਪਿਓ ਬੈਠੇ ਹੋਣ, ਮੇਰਾ ਕੁਛ ਨਹੀਂ ਕਰ ਸਕਦੇ ਨੇ ਹੈਲਪ,
ਬਾਹਰੋਂ ਮੈਨੂੰ ਬਾਮ ਲਗਾ ਸਕਦੇ ਨੇ, ਬਾਹਰੋਂ ਮੈਨੂੰ ਗੋਲੀ ਖਵਾ ਸਕਦੇ ਨੇ, ਬਾਹਰੋਂ ਮੇਰਾ ਸਿਰ ਕੁੱਟ ਸਕਦੇ ਨੇ, ਪਰ ਮੇਰੇ ਸਿਰ ਦਰਦ ਦਾ ਕਾਰਨ ਮੇਰਾ ਕ੍ਰੋਧ ਹੈ, ਵਿੱਚ ਨਾ ਕੋਈ ਕਰ ਸਕੇ। ਕਿਸ ਥੈਰੋਵਰ ਰੋਜ਼ ਉਹਨੂੰ ਇਹ ਪੂਰਾ ਸਿਸਟਮ ਸਮਝ ਆ ਜਾਂਦਾ ਹੈ ਔਰ ਉਹ ਇਸ ਨੂੰ ਮੰਨਦਾ ਹੈ ਸਦੀਵੀ। ਉਹਦੀ ਕੂੜ ਚਲੀ ਗਈ। ਫਰੀਦ ਸਾਹਿਬ ਇਸ ਨੂੰ ਕਹਿੰਦੇ ਨੇ, ਕੁਕੇਂਦਿਆਂ ਚਾਂਗੇਂਦਿਆਂ, ਕੁਕੇਂਦਿਆਂ ਚਾਂਗੇਂਦਿਆਂ, ਮੱਤੀ ਦੇਂਦਿਆਂ ਨਿਤ, ਮੱਤੀ ਦੇਂਦਿਆਂ ਨਿਤ, ਮੱਤੀ ਦੇਂਦਿਆਂ ਨਿਤ। ਜੋ ਸ਼ੈਤਾਨ ਵੰਜਾਇਆ, ਜੋ ਸ਼ੈਤਾਨ ਵੰਜਾਇਆ, ਸੇ ਕਿਤ ਫੇਰੈ ਚਿੱਤ, ਸੇ ਸੇ ਕਿਤ ਫੇਰੈ ਚਿੱਤ, ਕੁਕੇਂਦਿਆਂ ਚਾਂਗੇਂਦਿਆਂ। ਅਸੀਂ ਇਸ ਕਰਕੇ ਬਾਣੀ ਰੋਜ਼ ਪੜ੍ਹਦੇ ਹਾਂ, ਕੀਰਤਨ ਸੁਣਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਕੁਕੇਂਦਿਆਂ ਚਾਂਗੇਂਦਿਆਂ, ਮੱਤੀ ਦੇਂਦਿਆਂ ਨਿਤ। ਰੋਜ਼ ਨਿਤਨੇਮ ਇਸੀ ਕਰਕੇ ਕਰਦੇ ਹਾਂ। ਔਰ ਜਿਹੜਾ ਇਨਸਾਨ ਖੰਡੇ ਕੀ ਪੌਲ ਛਕ ਲੈਂਦਾ ਉਹ ਨਿਤਨੇਮ ਲਗਾਤਾਰ ਕਰਨਾ ਸ਼ੁਰੂ ਕਰਦਾ ਅਨਇੰਟਰਪਟਿਡ। ਔਰ ਕੁਕੇਂਦਿਆਂ ਚਾਂਗੇਂਦਿਆਂ, ਮੱਤੀ ਦੇਂਦਿਆਂ ਨਿਤ ਸਾਨੂੰ ਰੋਜ਼ ਮੱਤ ਦਿੱਤੀ ਜਾਂਦੀ ਹੈ। ਜੋ ਸ਼ੈਤਾਨ ਵਜਾਇਆ, ਜਿਸ ਮੱਤ ਦੇ ਨਾਲ ਸ਼ੈਤਾਨ ਕੂੜ ਮੈਲ ਸਾਰੀ ਚਲੀ ਜਾਂਦੀ ਹੈ, ਵਜਾਇਆ ਹੁੰਦਾ ਚਲੀ ਗਈ, ਚਲ ਵੰਝ ਗਈ। ਹੋਣਾ ਮੁਆ ਮੇਰੀ ਮੁਈ ਬਲਾਏ ਬਲਾ ਗਈ। ਸਤਿਗੁਰ ਅਸਥਿਰ ਕਰ ਦੀਨੇ ਘਰ ਬਾਰ, ਸੁਖੀ ਕਰ ਦਿੱਤਾ ਔਰ ਕੂੜ ਉਤਰ ਗਈ। ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰੈ ਚਿੱਤ, ਉਹ ਮੁੜ ਕੇ ਯੂ ਟਰਨ ਨਹੀਂ ਲੈਂਦੇ ਨੇ, ਪੈੜ ਵਾਲੇ ਪਾਸੇ ਨਹੀਂ ਜਾਂਦੇ ਨੇ। ਜੋ ਪੈੜ ਵਾਲੇ ਪਾਸੇ ਜਾਂਦਾ ਮਾਨੋ ਉਹਨੂੰ ਸੱਚ ਮਿਲਿਆ ਹੀ ਨਹੀਂ ਸੀ। ਕੂੜ ਉਤਰ ਗਈ, ਅੰਗ ਸਾਰੇ ਘੜੇ ਗਏ ਔਰ ਰੱਬ ਜੀ ਦਾ ਨਿਯਮ ਸਾਰਾ ਸਮਝ ਪਿਆ ਕਿ ਰੱਬ ਜੀ ਕਿਵੇਂ ਕਰਦੇ ਨੇ, ਕਿਵੇਂ ਕੂੜ ਉਤਾਰਦੇ ਨੇ ਸਤਿਗੁਰ ਦੀ ਮਾਤਰਾ ਹੀ, ਔਰ ਕਿਵੇਂ ਉਹਨਾਂ ਦਾ ਸਿਸਟਮ ਕੰਮ ਕਰਦਾ ਹੈ। ਇਹ ਜਾਤ ਸਮਝ ਆਈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਇਹ ਰੱਬ ਜੀ ਦਾ ਸਾਰਾ ਨਿਯਮ ਸਿਸਟਮ ਸ਼ਲੋਕ ਵਿਰਲਾ ਬਣ ਗਏ, ਕੂੜ ਉਤਰ ਗਏ, ਮਨ ਨੂੰ ਸਮਝ ਆਇਆ। ਰੱਬ ਦੇ ਨਿਯਮ ਵਿੱਚ ਸਭ ਨੂੰ ਸਚਿਆਰ ਬਣਨ ਲਈ ਪਵਨ ਰੂਪੀ ਗੁਰੂ, ਸੰਤੋਖ ਰੂਪੀ ਪਿਤਾ ਅਤੇ ਸੁਰਤ ਮਤ ਮਨ ਬੁੱਧ ਘੜਨ ਵਾਲੀ ਮਾਤਾ ਧਰਤ ਚਾਹੀਦੀ ਹੈ। ਰੱਬ ਜੀ ਮਹੱਤ ਨੇ ਉਹਨਾਂ ਦਾ ਸੁਣਿਆ ਸੁਣ ਕੇ, ਹੁਕਮ ਸੁਣ ਕੇ। ਇਸ ਨੂੰ ਕਿਹਾ ਗਿਆ ਸੀ ਹੁਕਮ ਰਜ਼ਾਈ ਚੱਲਣਾ, ਤਾਂ ਕਿ ਹਰੇਕ ਮਨੁੱਖ ਰੱਬੀ ਰਜ਼ਾ ਨੂੰ ਸਮਝ ਕੇ ਉਸ ਅਨੁਸਾਰ ਤੁਰ ਕੇ ਨਿਜ ਘਰ ਦੇ ਅੰਦਰ ਦਰਬਾਰ ਅੰਦਰ ਅਭੇਦ ਹੋ ਸਕੇ, ਇਕਮਿਕ ਹੋ ਸਕੇ, ਸਦੀਵੀ ਆਨੰਦ ਮਾਣ ਸਕੇ, ਆਤਮਿਕ ਜੀਵਨ ਇਕਮਿਕਤਾ ਪ੍ਰਾਪਤ ਕਰ ਸਕੇ, ਉਹਦਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਏ। ਇਹ ਸ਼ਲੋਕ ਵਿੱਚ ਦੱਸਿਆ ਗਿਆ ਹਰ ਕੋਈ ਆਪਣੀ ਕੂੜ ਉਤਾਰ ਸਕਦਾ ਹੈ। ਸੈਕਿੰਡ, ਦਿਵਸ ਰਾਤ ਦੋ ਇਦਾਈ ਦਾਇਆ ਖੇਲ ਹੈ ਸਗਲ ਜਗਤ। ਵਿਰਲਾ ਮਨ ਬਣ ਗਿਆ ਗਿਆਨ ਰੂਪੀ ਦਿਵਸ ਦੇ ਚਾਨਣੇ 'ਚ। ਦੋਵੇਂ ਰਾਤਾਂ ਚੈਨ ਵਾਲੀ ਸਕਾਰਾਤਮਕ ਰਾਤ ਅਤੇ ਹਨੇਰੀ ਰਾਤ, ਨੀਂਦ ਨਾ ਪੈਣ ਵਾਲੀ ਨਕਾਰਾਤਮਕ ਰਾਤ ਦੀ ਸੋਝੀ ਪ੍ਰਾਪਤ ਕਰਦਾ ਹੈ। ਜੈਸੀ ਰਾਤ ਬੀਤੀ ਹੋਵੇ ਦਿਨ ਵੀ ਵੈਸਾ ਹੀ ਗੁਜ਼ਰਦਾ ਹੈ। ਜੇਕਰ ਚੈਨ ਦੀ ਨੀਂਦ ਹੋਵੇ ਤਾਂ ਦਿਨ ਤਰੋ ਤਾਜ਼ਾ, ਅਤੇ ਜੇਕਰ ਬੇਚੈਨੀ ਵਾਲੀ ਨੀਂਦ ਹੋਵੇ ਤਾਂ ਦਿਨ ਚਿੜਚਿੜਾ ਅਤੇ ਆਲਸ ਭਰਿਆ ਹੁੰਦਾ ਹੈ। ਇਸ ਤਰ੍ਹਾਂ ਦੀ ਮੱਤ ਦਾਈ ਦਾ ਦੁੱਧ ਮਨ ਰਾਹੀਂ ਪੀ ਕੇ ਉਹ ਸਮਝਦਾ ਹੈ ਕਿ ਮੈਨੂੰ ਕੈਸੀ ਧਰਤੀ 'ਤੇ ਜੀਣਾ ਹੈ। ਇੰਦਰੇ ਗਿਆਨੇਂਦਰੀਆਂ ਨੂੰ ਮਿਲਦਾ ਹੈ, ਵੈਸਾ ਹੀ ਦਿਵਸ ਰੂਪੀ ਚੈਨ ਭਰਪੂਰ ਜ਼ਿੰਦਗੀ ਰੂਪ ਰਾਤ ਸੁਭਾਅ ਖਿਆਲ ਬਣਦੇ ਜਾਂਦੇ ਹਨ, ਗਤ ਉਹਦੀ ਹੋ ਜਾਂਦੀ ਹੈ। ਇਸ ਤਰ੍ਹਾਂ ਵਿਰਲੇ ਮਨ ਦਾ ਰੋਮ ਰੋਮ ਅੰਗ ਅੰਗ ਗਿਆਨ ਇੰਦਰਾ ਦੀ ਖਿਡਾਵੀ ਦਾਈ ਅਤੇ ਖਿਡਾਵਾ ਦਾਇਆ ਦੀ ਗੋਦ ਵਿੱਚ ਪ੍ਰਤਪਾਲਣਾ ਹੁੰਦੀ ਹੈ। ਸਾਡੇ 'ਚੋਂ ਜਿਹੜਾ ਮਾਂ ਦੀ ਗੋਦ ਵਿੱਚ ਨਹੀਂ ਪਲਿਆ ਨਾ, ਉਸਨੇ ਧਰਤੀ ਪ੍ਰਾਪਤ ਨਹੀਂ ਕੀਤੀ ਔਰ ਉਹ ਕਰੂਅਲ ਬਣਦਾ ਹੈ। ਸਾਰੀ ਦੁਨੀਆ ਵਿੱਚ ਕੈਸਰ ਲਫ਼ਜ਼ ਮਸ਼ਹੂਰ ਹੈ। ਕਈ ਉਹਨੂੰ ਸੀਜ਼ਰ ਕਹਿੰਦੇ ਨੇ। ਗੁਰੂ ਪਾਤਸ਼ਾਹ ਬਾਣੀ ਅੰਦਰ ਕੈਸਰ ਫਰੀਦ ਜੀ ਦੀ ਲਫ਼ਜ਼ ਬਾਣੀ ਰਾਹੀਂ
ਵਣ ਕੈਸਰ ਲੋਹਾਰ ਵਰਤਦੇ ਨੇ। ਔਰ ਕੈਸਰ ਬਾਰੇ ਮਸ਼ਹੂਰ ਹੈ ਕਿ ਜਦੋਂ ਉਹ ਪੈਦਾ ਹੋਇਆ ਸੀ, ਰਾਜੇ ਰੋਮ ਦੇ ਰਾਜੇ ਦਾ ਪੁੱਤਰ ਸੀ। ਪੈਦਾ ਹੋਣ ਸਾਰ ਉਹਦੀ ਮਾਂ ਮਰ ਗਈ ਸੀ। ਉਸ ਨੂੰ ਕੋਈ ਮਾਂ ਦੀ ਧਰਤੀ ਨਹੀਂ ਮਿਲੀ ਜਿਹੜੀ ਉਹਨੂੰ ਸੁਚੱਜੀ ਮੱਤ ਸਿਖਾਵੇ। ਇਸ ਕਾਰਨ ਉਹ ਕਰੂਅਲ ਇਨਸਾਨ ਬਣਿਆ ਸੀ, ਸਭ ਤੋਂ ਕਰੂਐਲਿਟੀ ਵਾਲਾ ਰਾਜਾ ਸੀ। ਨਿੱਕੀ ਨਿੱਕੀ ਗੱਲ 'ਤੇ ਲੋਕਾਂ ਨੂੰ ਫਾਂਸੀ ਦੇ ਦਿੰਦਾ ਸੀ, ਜ਼ੁਲਮ ਕਰਦਾ ਸੀ। ਗੁਰੂ ਫਰੀਦ ਜੀ ਨੇ ਕੈਸਰ ਦਾ ਨਾਂ ਵਰਤਿਆ, ਫਰੀਦਾ ਹੋ ਲੋੜੀ ਸੋ ਆਪਣਾ ਤੂੰ ਲੋੜੈ ਅੰਗਿਆਰ। ਇਸ ਕੈਸਰ ਦੇ ਬਾਰੇ ਕਹਿੰਦੇ ਨੇ ਕਿ ਅਸੀਂ ਆਪਣੇ ਜੀਵਨ ਵਿੱਚ ਸੋਚਣਾ ਹੈ ਕਿ ਮੈਂ ਕੈਸਰ ਥਾਂ, ਮੇਰੀ ਮਨ ਦੀ ਧਰਤੀ ਮੈਨੂੰ ਠੀਕ ਮਾਂ ਮਿਲੀ ਨਹੀਂ ਹੈ। ਸਤਿਗੁਰ ਦੀ ਮੱਤ ਇਹ ਵਾਲੀ ਮਾਂ ਦੀ ਧਰਤੀ ਧਰਤ 'ਤੇ ਉਹ ਜੀਣ ਜਾਤ ਸਿੱਖ ਜਾਂਦਾ ਹੈ। ਚੰਗਿਆਈਆਂ ਬੁਰਾਈਆਂ ਵਾਚੈ ਧਰਮਦੂਰ ਵਿਰਲੇ ਮਨ ਨੂੰ ਗਿਆਨ ਰੂਪੀ ਦਿਨਸ ਰਾਹੀਂ ਸੋਝੀ ਪ੍ਰਾਪਤ ਹੋ ਜਾਂਦੀ ਹੈ ਕਿ ਉਸ ਅੰਦਰ ਉਪਜਣ ਵਾਲਾ ਹਰੇਕ ਚੰਗਾ ਮੰਦਾ ਖਿਆਲ ਨਿਜ ਘਰ ਵਿੱਚ ਵਸਦੇ ਰੱਬ ਜੀ ਦੇ ਧਰਮ ਦੀ ਰਜ਼ਾ ਵਿੱਚ ਧਰਮ ਰਾਏ ਵਾਚਿਆ ਜਾ ਰਿਹਾ। ਇਹ ਮਨ ਜੈਸਾ ਸੇਵੇਂ ਤੈਸੋ ਹੋਏ, ਤੇ ਇਹ ਕਰਮ ਕਮਾਏ ਵਾਲਾ ਕਾਨੂੰਨ ਉਹਨੂੰ ਪੱਕੀ ਤਰ੍ਹਾਂ ਪੱਲੇ ਪੈ ਜਾਂਦਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਵਿਰਲੇ ਮਨ ਨੂੰ ਧਰਮ ਦੀ ਨਜ਼ਰ ਪ੍ਰਾਪਤ ਹੋ ਜਾਂਦੀ ਹੈ, ਜਿਸ ਅਧੀਨ ਦਿਸ ਪੈਂਦਾ ਹੈ ਕਿ ਸਤਿਗੁਰ ਦੀ ਮੱਤ ਅਨੁਸਾਰ ਰੱਬੀ ਨੇੜਤਾ ਮਿਲਦੀ ਹੈ ਅਤੇ ਮਨ ਕੀ ਮੱਤ ਦੇ ਨਾਲ ਰੱਬ ਜੀ ਤੋਂ ਦੂਰ ਹੋ ਜਾਈਦਾ ਹੈ। ਇਸ ਸਦਕੇ ਵਿੱਚ ਵਿਰਲਾ ਮਨ ਰੋਮ ਰੋਮ ਰੱਬੀ ਰਜ਼ਾ ਅਨੁਸਾਰ ਟੁਰਨ ਦਾ ਉਦਮ ਕਰਦਾ ਹੈ, ਤਾਂ ਹੀ ਉਹਦੀ ਕੂੜ ਛੁੱਟਦੀ ਹੈ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਵਿਰਲੇ ਮਨ ਦਾ ਹਰੇਕ ਇੰਦਰਾ ਗਿਆਨ ਇੰਦਰਾ ਰੋਮ ਰੋਮ ਸਤਿਗੁਰ ਦੀ ਮੱਤ ਅਧੀਨ ਰੱਬੀ ਕਾਰ ਭਾਵ ਰੱਬੀ ਨਿਯਮਾਵਲੀ ਨਾਮ ਵਿੱਚ ਟਿਕਣ ਦੀ ਮਿਹਨਤ ਕਰਦਾ ਹੈ, ਮਸ਼ੱਕਤ ਕਾਲ ਕਰਦਾ ਹੈ ਅਤੇ ਨਿਜ ਘਰ ਵੱਲ ਵੱਧਦਾ ਹੈ। ਰੱਬ ਜੀ ਦੇ ਨਾਮ ਨੂੰ ਯਾਦ ਕਰਨ ਦਾ ਮਤਲਬ ਹੈ ਕੂੜ ਉਤਾਰ ਕੇ ਰੱਬੀ ਗੁਣਾਂ ਦੇ ਨਾਲ ਜੀਣਾ। ਤਿਤ ਸਰਵਰੜ ਹੈ ਪਹਿਲੇ ਨਿਵਾਸਾ, ਪਾਣੀ ਪਾਉਕਤੀ ਨੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਾਂ ਡੂਬਿਲੇ ਮਨ ਏਕ ਨ ਚੇਤਸ ਮੁੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਜੋ ਇਨਸਾਨ ਰੱਬ ਨੂੰ ਯਾਦ ਨਹੀਂ ਰੱਖਦਾ, ਮਾਨੋ ਉਹਦੇ ਰੱਬੀ ਗੁਣ ਕੁਆਲਿਟੀਜ਼ ਨਹੀਂ ਰਹਿੰਦੀਆਂ, ਉਹ ਵਾਈਸਿਸ ਨਾਲ ਜੀਂਦਾ, ਵਰਚੂਜ਼ ਨਾਲ ਨਹੀਂ ਜੀਂਦਾ। ਰੱਬੀ ਗੁਣਾਂ ਦੇ ਨਾਲ ਜੇ ਮੈਂ ਨਹੀਂ ਜੀ ਰਿਹਾ, ਮਾਨੋ ਮੈਂ ਰੱਬ ਜੀ ਨੂੰ ਯਾਦ ਨਹੀਂ ਰੱਖਿਆ, ਭਾਵੇਂ ਜ਼ੁਬਾਨ ਤੋਂ ਮੈਂ ਰੱਬ 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 ਕਰਦਾ ਹਾਂ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਉਹ ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਜੀਂਦਾ ਹੈ, ਰੱਬ ਨੂੰ ਯਾਦ ਰੱਖਣਾ ਕਹਿਲਾਂਦਾ ਹੈ। ਜੇ ਕੋਈ ਹਿਰਦਾ ਵਿਰਲਾ ਬਣਨ ਲਈ ਸਤਿਗੁਰ ਦੀ ਮੱਤ ਅਧੀਨ ਸਦਾ ਰੱਬੀ ਨਿਯਮਾਵਲੀ ਵਿੱਚ ਟਿਕਦਾ ਹੈ, ਉਹੀ ਵਿਰਲਾ ਮਨ ਬਣ ਕੇ ਰੱਬੀ ਇਕਮਿਕਤਾ ਪ੍ਰਾਪਤ ਕਰਦਾ ਹੈ। ਸਦਕੇ ਵਿੱਚ ਨਾਨਕ ਤੇ ਮੁਖ ਉਜਲੇ ਸਾਰੀ ਕੂੜ ਉਤਰੀ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਨਾਨਕ ਜੀ ਆਖਦੇ ਹਨ ਕਿ ਨਿਜ ਘਰ ਰੱਬੀ ਦਰਬਾਰ 'ਚੋਂ ਵਿਰਲੇ ਮਨ ਦੇ ਮੁਖ ਉੱਤੇ ਪ੍ਰਕਾਸ਼ ਪੈਂਦਾ ਹੈ, ਮੁਖ ਉਜਲ ਹੋ ਜਾਂਦਾ ਹੈ। ਮੁਖ ਉਜਲਾ ਹੁੰਦਾ ਹੈ, ਸਦੀਵੀ ਚਾਨਣ ਹੋ ਜਾਂਦਾ ਹੈ। ਨਤੀਜਨ ਉਸ ਦਾ ਜਗਤ ਸ੍ਰਿਸ਼ਟੀ ਇੰਦਰੇ ਗਿਆਨ ਇੰਦਰੇ ਰੋਮ ਰੋਮ ਅੰਗ ਅੰਗ ਹਰੇਕ ਖਿਆਲ ਤੋਂ ਕੂੜ ਛੁੱਟ ਜਾਂਦੀ ਹੈ, ਇਹਨੂੰ ਕੇਤੀ ਛੁੱਟੀ ਨਾਲ ਕਹਿੰਦੇ ਨੇ, ਅਤੇ ਰੱਬੀ ਦਰਬਾਰ ਵਿੱਚ ਇੱਕ ਮਿਕਤਾ ਪ੍ਰਾਪਤ ਹੋ ਜਾਂਦੀ ਹੈ, ਜਿਸ ਦਾ ਸਦਕਾ ਵਿਰਲੇ ਮਨ ਨੂੰ ਬੇਮਿਸਾਲ ਆਨੰਦ ਪ੍ਰਾਪਤ ਹੁੰਦਾ ਹੈ। ਬੇਮਿਸਾਲ ਮਾਲਿਕ ਨਾਲ ਜੁੜ ਕੇ ਬੇਮਿਸਾਲ ਬੇਅੰਤ ਆਨੰਦ ਦੀ ਪ੍ਰਾਪਤੀ ਦੀ ਅਵਸਥਾ ਬਣ ਜਾਂਦੀ ਹੈ। ਉਸਨੇ ਇਹ ਭਾਗ ਬਣਾਏ ਤਾਂ ਉਹ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਨਾਨਕ ਜਿਸ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆਰ ਲਾਏ, ਸੋ ਏਤ ਖਜ਼ਾਨੇ ਲਿਆਰ ਲਾਏ। ਹਮ ਤਨਵੰਤ ਪਾਗਠ ਸਚ ਨਾਏ, ਹਰ ਗੁਣ ਗਾਵੇਂ ਸਹਿਜ ਸੁਭਾਏ, ਹਰ ਗੁਣ ਗਾਵੇਂ ਸਹਿਜ ਸੁਭਾਏ, ਹਰ ਗੁਣ ਗਾਵੇਂ ਸਹਿਜ ਸੁਭਾਏ। ਉਹ ਸਦੀਵੀ ਰੱਬੀ ਗੁਣਾਂ ਵਾਲਾ ਜੀਵਨ ਸਹਿਜ ਸੁਭਾਏ ਜੀਂਦਾ ਹੈ, ਕਿਉਂਕਿ ਉਸ ਦੀ ਕੂੜ ਉਤਰ ਚੁੱਕੀ ਹੈ।